ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਘਰ ਸੋ ਲਾਏ ਮਿਲਿਓ ਸਭ ਸੰਗਾ। ਪੇਖਿਓ ਨਰਨ ਸੁਭਾਉ ਉਤੰਗਾ। ਹੁਤੋ ਸੁਸ਼ੀਲ ਚੌਧਰੀ ਗ੍ਰਾਮੋ। ਉੱਤਮ ਅਹ ਤਖਤ ਮਲ ਨਾਮੋ। ਘਰ ਸੋ ਲਾਏ ਮਿਲਿਓ ਸਭ ਸੰਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਪਤਿਤ ਪਾਵਨ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਫੌਜਾਂ ਦੇ ਮਾਲਕ ਗਰੀਬ ਨਿਵਾਜ ਭਗਤ ਵਤਸਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮਹਾਰਾਜ ਜੀ ਦੇ ਸਥਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੇ ਇਸ ਜਨਮ ਨੂੰ ਸਫਲਾ ਕਰ ਰਹੇ ਹੋ। ਗੁਰੂ ਮਹਾਰਾਜ ਜੀ ਦੀ ਧੁਰ ਕੀ ਬਾਣੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਜਾਪ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹੈ। ਜਾਪ ਸਰਵਣ ਕਰਕੇ ਪੜ੍ਹ ਸੁਣ ਕੇ ਲਾਹਾ ਲਿਆ ਹੈ। ਇਸ ਦੇ ਨਾਲ ਹੀ ਜੋ ਗਰੀਬ ਨਿਵਾਜ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜੋਤ ਰੂਪ ਪਰਮੇਸ਼ਰ ਗੁਰੂ ਨਾਨਕ ਸਾਹਿਬ ਜੀ ਦੀ ਆਪਾਂ ਇਤਿਹਾਸ ਦੀ ਕਥਾ ਪੜ੍ਹ ਸੁਣ ਰਹੇ ਹਾਂ ਰਲ ਮਿਲ ਕੇ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਆਪਣੇ ਗ੍ਰਹਿ ਸ੍ਰੀ ਕਰਤਾਰਪੁਰ ਸਾਹਿਬ ਨਿਵਾਸ ਕਰ ਰਹੇ ਹੈ। ਬਾਬਾ ਲਹਿਣਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੋ ਸਤਿਗੁਰੂ ਜੀ ਦੇ ਅੰਗਾਂ ਨਾਲ ਲੱਗਣੇ ਕਰਕੇ ਬਾਅਦ ਵਿੱਚ ਹੋਏ। ਇੱਥੇ ਬੜੀ ਸੇਵਾ ਭਾਵਨਾ ਨਾਲ ਕਰਨੀ ਸ਼ੁਰੂ ਕਰ ਦਿੱਤੀ।
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹਰ ਇੱਕ ਕੰਮ ਨੂੰ, ਸੇਵਾ ਨੂੰ ਅੱਗਿਆਂ ਹੋ ਕੇ ਕਰਦੇ। ਘਰ ਵਿੱਚ ਰਹਿੰਦਿਆਂ ਗੁਰੂ ਸਾਹਿਬ ਜੀ ਦੇ ਜੂਠੇ ਬਰਤਨ, ਜੋ ਮਹਾਰਾਜ ਵਸਤਰ ਪਹਿਨਦੇ, ਉਹ ਵਸਤਰਾਂ ਨੂੰ ਧੋਂਦੇ। ਧਰਮਸ਼ਾਲਾ 'ਚ ਅਤੇ ਘਰ ਵਿੱਚ ਵੀ ਝਾੜੂ ਫੇਰਦੇ, ਕਦੀ ਸਤਿਗੁਰੂ ਜੀ ਨੂੰ ਪੱਖਾ ਫੇਰਦੇ, ਹਵਾ ਝੱਲਦੀ ਠੰਡੀ। ਗੱਲ ਕੀ ਵੀ ਸੇਵਾ ਅਤੇ ਸਿਮਰਨ, ਇਹ ਦੋ ਚੀਜ਼ਾਂ ਹੀ ਬਾਬਾ ਲਹਿਣਾ ਜੀ ਬੜੀ ਭਾਵਨਾ ਨਾਲ ਕਰ ਰਹੇ ਹੈ। ਗੁਰੂ ਮਹਾਰਾਜ ਜੀ ਜੋ ਬਚਨ ਕਰਦੇ ਹੈ, ਹਜੇ ਕਹਿਣ ਹੀ ਲੱਗਦੇ ਭਾਈ ਲਹਿਣਾ, ਉਸੇ ਵੇਲੇ ਜੀ ਮਹਾਰਾਜ ਹਰ ਇੱਕ ਕੰਮ ਅੱਗੇ ਹੋ ਕੇ ਕਰ ਰਹੇ ਹੈ। ਇਵੇਂ ਸਤਿਗੁਰੂ ਜੀ ਬਿਰਾਜਮਾਨ ਸਨ। ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਮਾਇਆ ਹੈ, ਉਹ ਮਾਇਆ ਇਸਤਰੀ ਦਾ ਸੋਹਣਾ ਰੂਪ ਧਾਰ ਕੇ, ਲਾਲ ਰੰਗ ਦੇ ਕੱਪੜੇ ਪਹਿਨ ਕੇ, ਅਤੇ ਜਿਹਦੇ ਰੂਪ ਬੜਾ ਸੁੰਦਰ ਹੈ, ਆ ਕੇ ਸਤਿਗੁਰੂ ਜੀ ਦੇ ਚਰਨਾਂ ਦੀ ਦਾਸੀ ਬਣ ਕੇ ਚਰਨਾਂ ਨੂੰ ਪਲੋਸ ਰਹੀ ਹੈ, ਝਸਨਾ ਕਰ ਰਹੀ ਹੈ, ਮੁੱਠੀ ਛਾਪੀ ਕਰ ਰਹੀ ਹੈ। ਇੱਧਰੋਂ ਭਾਈ ਲਹਿਣਾ ਜੀ ਵੀ ਗੁਰੂ ਸਾਹਿਬ ਜੀ ਨੂੰ ਜਾ ਕੇ ਪੱਖਾ ਝੱਲੀਏ। ਪੱਖਾ ਲੈ ਕੇ ਜਦੋਂ ਆਏ ਹੈ, ਸੋਹਣੇ ਰੂਪ ਵਾਲੀ ਉਹ ਵਾਹਿਗੁਰੂ ਦੀ ਮਾਇਆ ਇਸਤਰੀ ਰੂਪ ਵਿੱਚ ਦੇਖੀ ਅਤੇ ਸਮਝਿਆ ਨਹੀਂ ਗਿਆ ਵੀ ਕੌਣ ਹੈ ਮਾਈ। ਅਤੇ ਲੱਜਤ ਜੇ ਹੋ ਕੇ, ਜਿਵੇਂ ਇਸਤਰੀ ਨੂੰ ਵੇਖ ਕੇ ਕਈ ਸ਼ਰਮਾ ਜਾ ਜਾਂਦੇ ਹੈ, ਐਵੇਂ ਭਾਈ ਲਹਿਣਾ ਜੀ ਵਾਪਸ ਆ ਗਏ। ਇਹਨਾਂ ਨੂੰ ਸੇਵਾ ਕਰਕੇ ਚਲੀ ਗਈ ਦਰਵਾਜ਼ੇ ਥਾਣੀ ਬਾਹਰ ਘਰ ਦੇ। ਫਿਰ ਕਹਿਣ ਲੱਗੇ ਹੈ, ਮਹਾਰਾਜ ਜੀ ਇਹ ਕੌਣ ਸੀ, ਕੋਈ ਜਾਣਿਆ ਨਹੀਂ ਗਿਆ, ਇੱਕ ਮੈਂ ਹੀ ਦੇਖੀ ਹੈ, ਬਾਕੀ ਹੋਰ ਕਿਸੇ ਨੇ ਇਸ ਨੂੰ ਨਹੀਂ ਦੇਖਿਆ। ਗੁਰੂ ਸਾਹਿਬ ਕਹਿੰਦੇ ਭਾਈ ਲਹਿਣਾ ਪੁਰਖਾ, ਇਹ ਹਰ ਇੱਕ ਮਨੁੱਖ ਦੀ ਨਜ਼ਰੀ ਨਹੀਂ ਆਉਂਦੀ ਹੈ, ਇਹ ਆਮ ਕਿਸੇ ਮਨੁੱਖ ਨੂੰ ਨਹੀਂ ਦਿਸਦੀ। ਇਹ ਤਾਂ ਪਰਮੇਸ਼ਰ ਦੀ ਤੇਰੇ 'ਤੇ ਕਿਰਪਾਲਤਾ ਹੈ, ਜਿਸ ਕਰਕੇ ਤੈਨੂੰ ਦਿਖ ਗਈ ਹੈ ਮਾਇਆ। ਇਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ, ਜਿਸ ਦੇ ਪਿੱਛੇ ਲੱਗ ਕੇ ਸੰਸਾਰ ਦੇ ਜੀਵ ਜਿਹੜੇ ਹੈ ਭਰਮ ਗਏ, ਸਭ ਮਰ ਖਪ ਰਹੇ ਹੈ। ਦੱਸਿਆ ਸਿੱਧਾ ਵੀ ਇਹ ਮਾਇਆ ਹੈ। ਅਤੇ ਸਾਡੇ ਤੋਂ ਇਹ 12 ਕੋਹ ਦੂਰ ਰਹਿੰਦੀ ਹੈ, ਸਾਨੂੰ 12 ਕੋਹ ਦੂਰ ਕੀਤਾ ਹੋਇਆ। ਜਿਵੇਂ ਕਦੇ ਕਦੇ ਆ ਕੇ ਚਰਨ ਪਰਸਦੀ ਹੈ, ਕਿਸ ਕਾਰਨ ਵਾਸਤੇ ਵੀ ਮਹਾਰਾਜ ਗ੍ਰਹਿਣ ਕਰੋ, ਆਪਣੇ ਪਾਸ ਰੱਖੋ, ਪਰ ਅਸੀਂ ਨਹੀਂ ਰੱਖਦੇ। ਫਿਰ ਅੰਦਰਲਾ ਭੇਦ ਦੱਸਿਆ ਵੀ 6ਵੇਂ ਜਾਮੇ ਵਿੱਚ ਇਸ ਨੂੰ ਅਸੀਂ ਜਿਹੜਾ ਹੈ 6 ਕੋਹ ਦੂਰ ਰੱਖਾਂਗੇ। ਤੀਸਰੇ ਜਾਮੇ ਭਾਵ ਗੁਰੂ ਅਮਰਦਾਸ ਜੀ ਦੇ ਸਰੂਪ ਵਿੱਚ ਆ ਕੇ ਦਰਵਾਜ਼ੇ ਤੱਕ ਗ੍ਰਹਿਣ ਕਰਾਂਗੇ। ਚੌਥੇ ਸਰੂਪ ਵਿੱਚ ਆ ਕੇ ਪੂਰਾ ਸਾਨੂੰ ਪ੍ਰਸੰਨ ਕਰ ਲਏਗੀ ਅਤੇ 4ਵੇਂ ਦਰਵਾਜ਼ਿਆਂ 'ਚ ਪ੍ਰਵੇਸ਼ ਹੋ ਜਾਏਗੀ, ਭਾਵ ਸ੍ਰੀ ਹਰਿਮੰਦਰ ਸਾਹਿਬ, ਜਦੋਂ ਅਸੀਂ ਗੁਰੂ ਰਾਮਦਾਸ ਜੀ ਰੂਪ ਵਿੱਚ ਹੋਵਾਂਗੇ। ਇਵੇਂ ਉਹ ਫਿਰ ਸਾਰੇ ਭੇਦ ਦੱਸੇ ਹੈ। ਭਾਈ ਲਹਿਣਾ ਜੀ ਬੜੇ ਪ੍ਰਸੰਨ ਹੋਏ, ਧੰਨ ਧੰਨ ਮਹਾਰਾਜ ਜੀ ਨੂੰ ਕਿਹਾ ਹੈ। ਫਿਰ ਇਸੇ ਦਿਨ ਇੱਕ ਦਿਨ ਦੀ ਗੱਲ ਹੈ, ਮਹਾਰਾਜ ਧਰਮਸ਼ਾਲਾ ਵਿੱਚ ਬਿਰਾਜਮਾਨ ਸਨ। ਸੋਹਣੇ ਪਲੰਗ 'ਤੇ ਬਿਰਾਜਮਾਨ ਲੇਟੇ ਹੋਏ ਸੀ ਗੁਰੂ ਜੀ। ਸਾਰਾ ਸਰੀਰ ਇਕਾਗਰ ਹੈ, ਪਰ ਚਰਨ ਹਿਲਦੇ ਹੈ। ਇਹ ਵੇਖ ਕੇ ਜੋ ਭਾਈ ਲਹਿਣਾ ਜੀ ਉਸ ਵੇਲੇ ਪੱਖਾ ਝੱਲ ਰਹੇ ਸਨ, ਕਿ ਪੁੱਛਿਆ ਮਹਾਰਾਜ ਆਪ ਜੀ ਦਾ ਸਾਰਾ ਸਰੀਰ ਇਕਾਗਰ ਹੈ, ਹਿਲ ਜੁਲ ਨਹੀਂ ਰਿਹਾ, ਚੰਚਲ ਨਹੀਂ ਹੋ ਰਿਹਾ, ਚਰਨ ਕਿਉਂ ਚੰਚਲ ਹੋ ਰਹੇ, ਕਿਉਂ ਹਿਲਦੇ? ਮਹਾਰਾਜ ਕਹਿੰਦੇ ਭਾਈ ਲਹਿਣਾ ਤੂੰ ਸਾਡਾ ਬੜਾ ਪਿਆਰਾ, ਇਸ ਕਰਕੇ ਤੈਨੂੰ ਭੇਦ ਦੱਸਦੇ ਹਾਂ। ਭੇਦ ਇਹ ਹੈ ਰਾਜ ਵੀ ਜਿਹੜੇ 33 ਕਰੋੜ ਦੇਵਤੇ ਹੈ, ਉਹ ਆ ਕੇ ਚਰਨ ਪਰਸ ਰਹੇ ਹੈ। ਗੁਪਤ ਰੂਪ 'ਚ ਆਉਂਦੇ ਹੈ, ਮਨੁੱਖਾਂ ਨੂੰ ਨਹੀਂ ਦਿਸਦੇ, ਤੁਹਾਨੂੰ ਹੀ ਦਿਸ ਰਹੇ ਹੈ। ਉਹ ਕਦੀ ਕਦੀ ਆ ਜਾਂਦੇ ਆ, ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇੰਦਰ ਕੁਬੇਰ ਬ੍ਰਹਸਪਤੀ ਸੂਰਜ ਚੰਦਰਮਾ ਬੇਅੰਤ ਜਿਹੜੇ ਦੇਵਤੇ ਹੈ, ਉਹ ਮੱਥਾ ਟੇਕ ਕੇ ਜਾਂਦੇ। ਫਿਰ ਆਪ ਵੀ ਮੱਥਾ ਟੇਕਿਆ, ਬੜੀ ਪ੍ਰੇਮ ਵਧਿਆ ਹੋ ਰਿਹਾ। ਇਸੇ ਤਰ੍ਹਾਂ ਇੱਕ ਦਿਨ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰ ਰਹੇ ਹੈ ਭਾਈ ਲਹਿਣਾ ਜੀ। ਜਦੋਂ ਸੇਵਾ ਕਰਦਿਆਂ ਕਰਦਿਆਂ ਚਰਨ ਦਬਾ ਰਹੇ ਹੈ, ਕੀ ਵੇਖਿਆ ਵੀ ਚਰਨਾਂ ਵਿੱਚ ਖੂਨ ਸਿਮ ਰਿਹਾ, ਜਿਵੇਂ ਕੋਈ ਕੰਡੇ ਵੱਜੇ ਹੋਣ ਬੇਰੀ ਦੇ,
ਖੁੱਬੇ ਹੋਣ ਤੇ ਖੂਨ ਸਿਮਦਾ ਹੈ ਨਾ, ਇਵੇਂ ਚਰਨਾਂ ਸਾਰਿਆਂ 'ਚੋਂ ਖੂਨ ਸਿਮ ਰਿਹਾ ਹੈ। ਪਿੰਜਣੀਆਂ ਦੇ ਵਿੱਚ ਝਰੀਟਾਂ ਲੱਗੀਆਂ। ਇਹ ਕੁਝ ਵੇਖ ਕੇ ਭਾਈ ਲਹਿਣਾ ਬੜੇ ਅਚਰਜ ਹੋਏ। ਮਹਾਰਾਜ ਖੂਨ ਵੀ ਤਾਜ਼ਾ ਹੈ, ਹੁਣੇ ਹੁਣੇ ਨਿਕਲ ਰਿਹਾ ਹੈ। ਆਪ ਜੀ ਕਿਤੇ ਗਏ ਵੀ ਨਹੀਂ ਐਸੀ ਥਾਂ 'ਤੇ ਜਿੱਥੇ ਕੰਡੇ ਝਾੜਾਂ ਹੈਗੀਆਂ, ਫਿਰ ਕਾਰਨ ਕੀ ਮੈਨੂੰ ਦੱਸੋ। ਮਹਾਰਾਜ ਕਹਿੰਦੇ ਭਾਈ ਲਹਿਣਾ, ਜੋ ਸਾਡੀ ਬਾਣੀ ਹੈ ਕੀਰਤਨ ਸੋਹਿਲਾ ਸਾਹਿਬ, ਉਹ ਇੱਕ ਸਿੱਖ ਪੜ੍ਹ ਰਿਹਾ ਹੈ ਬੜੇ ਪ੍ਰੇਮ ਭਾਵਨਾ ਨਾਲ ਸ਼ਰਧਾ ਵਿੱਚ ਆ ਕੇ, ਅਤੇ ਉਹ ਜਿਹੜਾ ਸਿੱਖ ਬੱਕਰੀਆਂ ਚਰਾ ਰਿਹਾ ਵਾਰ-ਵਾਰ ਫਲਾਣੀ ਥਾਂ 'ਤੇ, ਅਤੇ ਜਦੋਂ ਬੱਕਰੀਆਂ ਚਰਾਉਂਦਾ ਨਾਲ ਹੀ ਬਾਣੀ ਪੜ੍ਹੀ ਜਾ ਰਿਹਾ ਹੈ, ਅਤੇ ਜਿਹੜੀ ਝਾੜਾਂ ਕੰਡੇ ਦੀਆਂ ਉਹਨਾਂ 'ਤੇ ਤੁਰਿਆ ਫਿਰ ਰਿਹਾ ਹੈ। ਜਿਹੜੇ ਉਹਦੇ ਕੰਡੇ ਵੱਜਣ ਕੇ ਉਹਨੂੰ ਮਹਿਸੂਸ ਹੋਣੇ, ਉਹਨੂੰ ਨਹੀਂ ਹੋ ਰਹੇ, ਉਹ ਸਾਡੇ ਲੱਗ ਰਹੇ ਹੈ। ਉਹ ਸਿੱਖ ਪ੍ਰੇਮ ਵਿੱਚ ਮਗਨ ਹੈ, ਬਾਣੀ ਦੇ ਵਿੱਚ ਮਸਤ ਹੈ। ਉਸ ਵੇਲੇ ਗੁਰੂ ਮਹਾਰਾਜ ਨੇ ਇੱਕ ਸਿੱਖ ਨੂੰ ਕਿਹਾ, ਭਾਈ ਜਾ ਕੇ ਉਸ ਸਿੱਖ ਨੂੰ ਬੁਲਾ ਕੇ ਲਿਆ। ਉਹ ਸਿੱਖ ਉਸੇ ਵੇਲੇ ਗਿਆ, ਬੜੇ ਪ੍ਰੇਮ ਨਾਲ ਬੁਲਾਇਆ, ਭਾਈ ਤੈਨੂੰ ਗੁਰੂ ਮਹਾਰਾਜ ਬੁਲਾ ਰਹੇ, ਆਓ। ਜਿੱਥੇ ਉਹ ਹੈਗਾ ਸੀ ਉੱਥੋਂ ਲਿਆਂਦਾ, ਗੁਰੂ ਮਹਾਰਾਜ ਦੇ ਅੱਗੇ ਚਰਨਾਂ 'ਤੇ ਮੱਥਾ ਟੇਕਿਆ। ਮਹਾਰਾਜ ਕਹਿਣ ਲੱਗੇ, ਭਾਈ ਜੋ ਤੂੰ ਬਾਣੀ ਪੜ੍ਹ ਰਿਹਾ ਨਾ ਕੀਰਤਨ ਸੋਹਿਲਾ ਸਾਹਿਬ, ਇਹਨੂੰ ਇਵੇਂ ਤੁਰ ਫਿਰ ਕੇ ਨਾ ਪੜ੍ਹ, ਇਹ ਸੌਣ ਵੇਲੇ ਪੜ੍ਹਿਆ ਕਰ। ਵੇਖ ਆ ਤੂੰ ਹੁਣ ਗੁਰਬਾਣੀ ਪੜ੍ਹਨਾ ਹੈ, ਤੇਰੇ ਗੁਰਬਾਣੀ ਪੜ੍ਹਨੇ ਕਰਕੇ ਅਸੀਂ ਤੇਰੇ ਨਾਲ ਹੀ ਤੁਰੇ ਫਿਰ ਰਹੇ ਹਾਂ। ਤੂੰ ਪ੍ਰੇਮ ਵਿੱਚ ਮਸਤ ਹੈ, ਜੋ ਤੈਨੂੰ ਕੰਡੇ ਲੱਗਣੇ ਸਾਡੇ ਚਰਨਾਂ 'ਤੇ ਲੱਗੇ ਹੋਏ। ਜਿੱਥੇ ਵੀ ਕੋਈ ਬਾਣੀ ਕੀਰਤਨ ਸੋਹਿਲਾ ਸਾਹਿਬ ਪ੍ਰੇਮ ਸ਼ਰਧਾ ਨਾਲ ਪੜ੍ਹਦਾ ਹੈ, ਅਸੀਂ ਉੱਥੇ ਨਾਲ ਨਾਲ ਹੁੰਦੇ ਹਾਂ। ਇਸ ਕਰਕੇ ਭਾਈ ਤੂੰ ਬਾਣੀ ਤੁਰ ਫਿਰ ਕੇ ਨਾ ਪੜ੍ਹਿਆ ਕਰ, ਜੋ ਤੂੰ ਕੰਠ ਕੀਤੀ ਹੈ। ਇਸ ਬਾਣੀ ਨੂੰ ਤੂੰ ਕੀਰਤਨ ਸੋਹਿਲਾ ਸਾਹਿਬ ਨੂੰ ਰਾਤ ਸਿੰਘਾਸਣਾ ਆਪਣੇ ਅਤੇ ਸੌਣ ਵੇਲੇ ਬਿਰਾਜਣ ਵੇਲੇ ਪੜ੍ਹਨੀ ਹੈ। 5 ਇਸ਼ਨਾਨਾਂ ਕਰਕੇ ਸਿਰਹਾਣੇ ਵੱਲ ਮੂੰਹ ਕਰਕੇ ਇਵੇਂ ਬਾਣੀ ਪੜ੍ਹਨੀ। ਉਹ ਉਸ ਵੇਲੇ ਬੜਾ ਪ੍ਰਸੰਨ ਹੋਇਆ ਅਤੇ ਕਿਹਾ, ਮਹਾਰਾਜ ਜਿਵੇਂ ਆਪ ਜੀ ਦੀ ਆਗਿਆ। ਸਾਨੂੰ ਪਤਾ ਨਹੀਂ, ਇਸੇ ਕਰਕੇ ਇਵੇਂ ਪੜ੍ਹਦੇ ਸਾਂ। ਉਹ ਜਿਹੜੇ ਸਿੱਖ ਸਾਰੇ ਵੇਖ ਰਹੇ ਸੀ, ਉਹ ਵੀ ਕੁਝ ਵੇਖ ਕੇ ਅਚਰਜ ਵੀ, ਵੇਖੋ ਮਹਾਰਾਜ ਦੀ ਮਹਾਨਤਾ। ਜਿੱਥੇ ਗੁਰੂ ਕੀ ਕੋਈ ਸਿੱਖ ਬਾਣੀ ਪੜ੍ਹਦਾ ਸ਼ਰਧਾ ਪ੍ਰੇਮ ਭਾਵਨਾ ਨਾਲ, ਅਤੇ ਮਹਾਰਾਜ ਜੀ ਉਹਦੇ ਨਾਲ ਨਾਲ ਵਿਚਰਦੇ ਹੈ, ਨਾਲ ਨਾਲ ਰਹਿੰਦੇ ਹੈ। ਕਿ ਗੁਰੂ ਕੀ ਕਿੰਨੀ ਵਡਿਆਈ ਹੈ। ਇਵੇਂ ਫਿਰ ਸਾਰੇ ਸਿੱਖ ਸਾਧ ਸੰਗਤ ਜੀ ਜਿਹੜੀ ਹੈ ਬਾਣੀ ਇਸੇ ਤਰ੍ਹਾਂ ਪੜ੍ਹਨ ਲੱਗੇ। ਰਾਤ ਸੌਣ ਵੇਲੇ ਹੁਣ ਬਾਣੀ ਪੜ੍ਹੀ ਜਾਂਦੀ ਹੈ ਸ਼ਰਧਾ ਭਾਵਨਾ ਨਾਲ, ਜਿਸ ਨੂੰ ਪੜ੍ਹਿਆ ਕੋਈ ਵਿਘਨ ਨਹੀਂ ਪੈਂਦਾ। ਰਾਤ ਕੋਈ ਦਬਾਅ ਨਹੀਂ ਪੈਂਦਾ, ਕੋਈ ਬਦਰੂ ਨਹੀਂ ਆਉਂਦੀ ਹੈ, ਕੋਈ ਫੁਰਨੇ ਨਹੀਂ ਆਉਂਦੇ ਹੈ, ਚੋਰੀ ਆਦਿਕ ਨਹੀਂ ਹੁੰਦੀ ਹੈ। ਇਵੇਂ ਉਦੋਂ ਤੋਂ ਹੀ ਇਹ ਮਰਿਆਦਾ ਚੱਲਦੀ ਆ ਰਹੀ ਹੈ। ਸਤਿਗੁਰੂ ਜੀ ਸਮੇਂ 3 ਸ਼ਬਦ ਸਨ, ਗੁਰੂ ਅਰਜਨ ਦੇਵ ਮਹਾਰਾਜ ਸਮੇਂ 5 ਸ਼ਬਦ ਹੋਏ ਹੈ। ਹੋਰ ਵੀ ਬਾਣੀ ਪੜ੍ਹੀ ਜਾਂਦੀ ਹੈ ਕੀਰਤਨ ਸੋਹਿਲਾ ਸਾਹਿਬ ਤੋਂ ਬਾਅਦ। ਇਸ ਦੀਆਂ ਜਿਹੜੀਆਂ ਉਥਾਨਕਾਂ ਸੰਪਰਦਾ ਦੇ ਵਿੱਚ ਉਹ ਸੰਤ ਗਿਆਨੀ ਗੁਰਭਜਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਬੜੇ ਢੰਗ ਨਾਲ ਬੜੇ ਸੂਖਮ ਤੌਰ 'ਤੇ ਦੱਸੀ ਹੋਈ ਹੈ, ਜੋ ਗੁਰਬਾਣੀ ਪਾਠ ਦਰਪਣ ਵਿੱਚ ਹੈ। ਉਹਦੇ ਵਿੱਚ ਇਹ ਦੋਵੇਂ ਉਥਾਨਕਾਂ ਹੀ ਲਿਖੀਆਂ ਹੋਈਆਂ। ਜਿਵੇਂ ਉੱਥੇ ਉਥਾਨਕਾਂ ਲਿਖੀਆਂ, ਇੱਕ ਤਾਂ ਇਹ ਉਥਾਨਕਾ ਜਿਹੜੀ ਆਪਾਂ ਸਰਵਣ ਕੀਤੀ ਇੱਕ ਗੁਰੂ ਅਰਜਨ ਸਾਹਿਬ ਸਮੇਂ, ਜਿਵੇਂ ਦਰਪਣ ਵਿੱਚ ਲਿਖੀ ਹੈ ਬੜੇ ਢੰਗ ਨਾਲ, ਕਿਉਂਕਿ ਸੁਣਾਉਣ ਵਿੱਚ ਕੁਝ ਫਰਕ ਪੈ ਜਾਂਦਾ। ਉਹ ਜਿਵੇਂ ਉੱਥੇ ਲਿਖੀ ਹੈ ਉਹ ਆਪ ਜੀ ਦੇ ਨਾਲ ਉਹ ਸਾਂਝੀ ਕਰੀਏ। ਵੀ ਪਹਿਲੀ ਥਾਨਕਾ ਤਾਂ ਇਹ ਹੈ ਵੀ ਜੋ ਦਰਪਣ 'ਚ ਲਿਖੀ ਹੈ ਕੀਰਤਨ ਸੋਹਿਲਾ ਸਾਹਿਬ ਬਾਣੀ ਦੀ, ਵੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਰੇ ਜਗਤ ਦਾ ਉਧਾਰ ਕਰਕੇ ਆਪ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਆਏ, ਅਤੇ ਜਦੋਂ ਕਰੋੜੀ ਮੱਲ ਖੱਤਰੀ ਨੇ ਸਤਿਗੁਰੂ ਦੇ ਨਾਮ 'ਤੇ ਅਸਥਾਨ ਬਣਾ ਕੇ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਇੱਥੇ ਆਪ ਜੀ ਨਿਵਾਸ ਕਰੋ, ਕਰਤਾਰਪੁਰ ਸਾਹਿਬ ਇਹ ਮੇਰੀ ਜ਼ਮੀਨ ਹੈ। ਮਹਾਰਾਜ ਫਿਰ ਉੱਥੇ ਕਰਤਾਰਪੁਰ ਸਾਹਿਬ ਹੀ ਰਾਵੀ ਦੇ ਕਿਨਾਰੇ ਮਹਾਰਾਜ ਰਹਿਣ ਲੱਗੇ। ਜਦੋਂ ਇੱਥੇ ਬਿਰਾਜਮਾਨ ਹੋ ਗਏ, ਸਤਿਗੁਰੂ ਅੰਗਦ ਦੇਵ ਸਾਹਿਬ ਜੀ ਉਸ ਵਕਤ
ਸੇਵਾ ਵਿੱਚ ਲੱਗੇ ਰਿਹਾ ਕਰਦੇ ਭਾਈ ਲਹਿਣਾ ਰੂਪ ਵਿੱਚ ਹੋ ਕੇ। ਅਤੇ ਮਹਾਰਾਜ ਜੀ ਅਤਿਅੰਤ ਪ੍ਰਸੰਨਤਾ ਕਰਦੇ ਸਨ। ਇੱਕ ਦਿਨ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਪਿਛਲੇ ਪਹਿਰ ਦਿਨ ਦੇ ਦੁਪਹਿਰੇ ਧਰਮਸ਼ਾਲਾ ਦੇ ਅੰਦਰ ਬਿਰਾਜੇ ਹੋਏ ਸਨ, ਸੋਹਣੇ ਪਲੰਘਾਂ ਉੱਪਰ। ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਮੁੱਠੀ ਛਾਪੀ ਕਰ ਰਹੇ ਸਨ। ਜਦੋਂ ਮੁੱਠੀ ਛਾਪੀ ਕਰਦਿਆਂ ਕੀ ਵੇਖਿਆ ਵੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸੁੱਤੇ ਸਿੱਧੇ ਬਿਰਾਜਿਆਂ ਹੋਇਆਂ ਹੀ ਨਿਸ਼ਾਨ ਜਿਹੜੇ ਹੈ ਉਹ ਪਏ ਹੋਏ ਜੋ ਪਹਿਲਾਂ ਨਹੀਂ ਸੀ। ਗੁਰੂ ਮਹਾਰਾਜ ਦੇ ਚਰਨ ਕਮਲਾਂ ਦੇ ਪਿੰਜਣੀਆਂ 'ਤੇ ਝਰੀਟਾਂ ਪਈਆਂ ਹੋਈਆਂ ਅਤੇ ਚਰਨਾਂ ਵਿੱਚ ਜਿਹੜੇ ਹੈ ਉਹ ਕੰਡੇ ਲੱਗੇ ਹੋਏ। ਖੂਨ ਬੜਾ ਸਿਮਿਆ ਵੇਖਿਆ ਭਾਈ ਲਹਿਣਾ ਜੀ ਨੇ। ਫਿਰ ਭਾਈ ਲਹਿਣਾ ਜੀ ਨੇ ਉਸ ਵਕਤ ਚਿੱਤ ਵਿੱਚ ਬਹੁਤ ਹੈਰਾਨ ਹੋ ਕੇ ਪੁੱਛਿਆ, ਮਹਾਰਾਜ ਜੀ ਆਪ ਜੀ ਦੇ ਇੱਥੇ ਬਿਰਾਜੇ ਹੋ, ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਕੰਡੇ ਕੋ ਵੱਜੇ ਹੈ, ਪਿੰਜਣੀਆਂ ਦੇ ਝਰੀਟਾਂ ਕੋ ਪੈ ਗਈਆਂ, ਗੁਰੂ ਮਹਾਰਾਜ ਕੀ ਕਾਰਨ ਹੈ? ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਭਾਈ ਕਿਹਾ ਕਿ ਇੱਕ ਸਿੱਖ ਨੂੰ ਭੇਜੋ। ਇੱਕ ਸਿੱਖ ਨੂੰ ਭੇਜਿਆ ਉਜਾੜ ਵਿੱਚ। ਇਹ ਇੱਕ ਸਿੱਖ ਬੱਕਰੀਆਂ ਚਾਰਦਾ ਹੈ, ਉਹ ਅਯਾਲੀ ਨੂੰ ਬੁਲਾ ਕੇ ਲਿਆਓ, ਫਿਰ ਅਸੀਂ ਉੱਤਰ ਦੇਵਾਂਗੇ। ਇਹ ਸੁਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸਤਿਗੁਰਾਂ ਦੀ ਆਗਿਆ ਨਾਲ ਇੱਕ ਸਿੱਖ ਭੇਜਿਆ। ਉਹ ਸਿੱਖ ਨੇ ਉਸ ਅਯਾਲੀ ਨੂੰ, ਜੋ ਪ੍ਰੇਮ ਨਾਲ ਮਗਨ ਹੋਇਆ ਕੀਰਤਨ ਸੋਹਿਲ ਦਾ ਪਾਠ ਕਰਦਾ ਸੀ, ਉਸ ਨੂੰ ਬੁਲਾਇਆ ਕਿ ਸਤਿਗੁਰੂ ਨਾਨਕ ਦੇਵ ਜੀ ਤੈਨੂੰ ਭਾਈ ਯਾਦ ਕਰਦੇ ਆ ਕਿ ਮਿਲ ਮਹਾਰਾਜ ਜੀ ਨੂੰ। ਸੁਣ ਕੇ ਅਯਾਲੀ ਬੜੀ ਭਾਵਨਾ ਨਾਲ ਮਹਾਰਾਜ ਦੇ ਚਰਨਾਂ ਵਿੱਚ ਪੁੱਜਾ ਅਤੇ ਨਮਸਕਾਰ ਕੀਤੀ ਹੈ ਸਤਿਗੁਰੂ ਜੀ ਨੂੰ। ਜਦੋਂ ਨਮਸਕਾਰ ਕੀਤੀ ਅਤੇ ਸਤਿਗੁਰੂ ਜੀ ਨੇ ਕਿਹਾ, ਹੈ ਭਾਈ ਇਹ ਜਿਸ ਬਾਣੀ ਕੀਰਤਨ ਸੋਹਿਲਾ ਸਾਹਿਬ ਦਾ ਤੂੰ ਪਾਠ ਕਰ ਰਿਹਾ ਨਾ, ਇਹ ਤੂੰ ਇਸ ਵੇਲੇ ਨਾ ਕਰਿਆ ਕਰ, ਕਿਉਂਕਿ ਜਿੱਥੇ ਵੀ ਕੋਈ ਪ੍ਰੇਮੀ ਕੀਰਤਨ ਸੋਹਿਲਾ ਸਾਹਿਬ ਦਾ ਪਾਠ ਕਰਦਾ ਹੈ, ਅਸੀਂ ਉਸ ਵਕਤ ਉਹਦੇ ਨਾਲ ਹਾਜ਼ਰ ਹੁੰਦੇ ਹਾਂ। ਅਤੇ ਤੂੰ ਪ੍ਰੇਮ ਦੇ ਵਿੱਚ ਝਾੜੀਆਂ ਵਿੱਚ ਤੁਰਦਾ ਫਿਰਦਾ ਕੀਰਤਨ ਸੋਹਿਲਾ ਪਾਠ ਕਰਦਾ ਸੀ, ਅਸੀਂ ਤੇਰੇ ਪ੍ਰੇਮ ਵਿੱਚ ਬਾਣੀ ਸੁਣਦੇ ਸੁਣਦੇ ਤੇਰੇ ਮਗਰ ਮਗਰ ਤੁਰੇ ਫਿਰਦੇ ਸੀ। ਇਹ ਵੇਖ ਸਾਡੇ ਚਰਨਾਂ ਵਿੱਚ ਹੁਣ ਝਰੀਟਾਂ ਆਈਆਂ, ਕੰਡੇ ਵੱਜੇ ਹਨ, ਸਿੱਖਾ ਅਸੀਂ ਤੇਰੇ ਤਾਈਂ ਨਹੀਂ ਵੱਜਣ ਦਿੱਤੇ, ਅਸੀਂ ਤੇਰੀ ਰੱਖਿਆ ਕੀਤੀ ਹੈ। ਉਹ ਅਸੀਂ ਆਪੇ ਸਹਾਰ ਲਏ ਹੈ ਆਪਣੇ ਉੱਪਰ, ਪਰ ਤੇਰੇ ਨਹੀਂ ਵੱਜਣ ਦਿੱਤੇ। ਸੁਣ ਕੇ ਉਹ ਬੱਕਰੀਆਂ ਦਾ ਚਰਾਵਾ ਯਾਲੀ ਕਹਿਣ ਲੱਗਾ, ਉਹਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਆਗਿਆ ਕਰੋ, ਕੀ ਕਰਨਾ ਚਾਹੀਦਾ ਸਾਨੂੰ? ਗੁਰੂ ਮਹਾਰਾਜ ਨੇ ਕਿਹਾ, ਭਾਈ ਸੋਹਿਲੇ ਦਾ ਪਾਠ ਸੌਣ ਲੱਗਿਆ 5 ਇਸ਼ਨਾਨਾਂ ਕਰਕੇ ਇੱਕ ਚਿੱਤ ਹੋ ਕੇ ਕਰਿਆ ਕਰ। ਇਵੇਂ ਤੁਸੀਂ ਭਾਈ ਦੂਸਰੇ ਸੁਣ ਰਹੇ, ਉਹਨਾਂ ਨੂੰ ਵੀ ਕਿਹਾ ਵੀ ਇਵੇਂ 5 ਇਸ਼ਨਾਨਾਂ ਕਰਕੇ ਕੀਰਤਨ ਸੋਹਿਲਾ ਸਾਹਿਬ ਬਾਣੀ ਦਾ ਪਾਠ ਸਿਰਹਾਣੇ ਵੱਲ ਮੂੰਹ ਕਰਕੇ ਕਰਿਆ ਕਰਨਾ ਹੈ। ਜਿਹੜਾ ਸਿੱਖ ਇਸ ਤਰ੍ਹਾਂ 5 ਇਸ਼ਨਾਨਾਂ ਕਰਕੇ ਇੱਕ ਚਿੱਤ ਹੋ ਕੇ ਕੀਰਤਨ ਸੋਹਿਲਾ ਪਾਠ ਕਰਿਆ ਕਰੇਗਾ, ਅਸੀਂ ਉਸਦੇ ਪਾਸ ਹੋਇਆ ਕਰਾਂਗੇ। ਯਾਦ ਰਹੇ ਕਿ ਇੱਕ ਮਨ ਇੱਕ ਚਿੱਤ ਗੁਰੂ ਜੀ ਨੇ ਕਿਹਾ ਹੈ, ਕਿਉਂਕਿ ਕਈ ਸੌਂ ਕੇ ਪਾਠ ਕਰ ਲੈਂਦੇ, ਲੰਮੇ ਪੈ ਕੇ ਕਹਿੰਦੇ ਪਾਠ ਹੀ ਕਰਨਾ, ਬਾਣੀ ਪੜ੍ਹਦੀ ਹੈ। ਇਹ ਜਿਹੜਾ ਕੀਰਤਨ ਸੋਹਿਲਾ ਸਾਹਿਬ ਦਾ ਪਾਠ ਹੈ, ਅਤੇ ਇਹ ਗੁਰੂ ਜੀ ਨੇ ਹੁਕਮ ਕੀਤਾ। ਇਹ ਬਚਨ ਕਰਕੇ ਉਦੋਂ ਤੋਂ ਹੀ ਸਾਧ ਸੰਗਤ ਜੀ ਬਾਣੀ ਦਾ ਰਾਤ ਨੂੰ ਪੜ੍ਹਨ ਦਾ ਨਿਯਮ ਬਣਾ ਦਿੱਤਾ ਵੀ ਦਿਨੇ ਨਹੀਂ ਇਹ ਪਾਠ ਕਰਨਾ, ਕਿਉਂਕਿ ਜੇ ਦਿਨੇ ਕਰਕੇ ਕੋਈ ਕੰਮ ਧੰਦੇ ਕਰਾਂਗੇ, ਕੋਈ ਚੋਟ ਆਊਗੀ, ਕੁਝ ਮਾੜਾ ਕਰਾਂਗੇ ਤਾਂ ਸਤਿਗੁਰੂ ਜੀ ਦੇ ਉੱਪਰ ਹੋ ਜਾਂਦਾ ਹੈ। ਇਵੇਂ ਰਾਤ ਨੂੰ ਪੜ੍ਹਨ ਦਾ ਨਿਯਮ ਬਣਾ ਦਿੱਤਾ। ਸੌਣ ਵੇਲੇ ਸਿੱਖ ਨੇ ਬਾਣੀ ਦਾ ਪਾਠ ਜਿਹੜਾ ਹੈ ਕਰਨਾ ਹੈ। ਸੌਣ ਤੋਂ ਪਹਿਲਾਂ ਜਦੋਂ ਪਤਾ ਨਾ ਵੀ ਹੁਣ ਮੈਂ ਸੌਣਾ, ਕੋਈ ਕੰਮ ਨਹੀਂ ਕਰਨਾ, ਉਦੋਂ ਇਹ ਬਾਣੀ ਪੜ੍ਹਨੀ। ਕਈ ਇੰਨੇ ਸਾਧ ਸੰਗਤ ਜੀ ਵੇਖੋ 5 ਸ਼ਬਦ ਹੈ, ਇੰਨੀ ਢਿਲਾਈ ਕਰਦੇ ਹੈ ਕਿ ਸੋਹਿਲੇ ਦਾ ਪਾਠ 4-5 ਸ਼ਬਦ ਹੈ, ਇਹਨਾਂ ਦਾ ਪਾਠ ਸੌਣ ਵੇਲੇ ਵੀ ਨਹੀਂ ਕਰਦੇ। ਇੰਨਾ ਸਮਾਂ ਨਹੀਂ ਵੀ 5 ਸ਼ਬਦ ਹੈ, ਛੋਟੇ ਛੋਟੇ ਸ਼ਬਦ ਹੈ।
ਵੀ ਪਹਿਲਾ ਸ਼ਬਦ ਜੈ ਘਰ ਕੀਰਤ ਆਖੀਐ ਕਰਦੇ ਕਹੋਏ ਵਿਚਾਰੋਂ। ਦੂਸਰਾ ਛੇ ਘਰ ਛੇ ਗੁਰ ਛੇ ਉਪਦੇਸ਼। ਤੀਸਰਾ ਸ਼ਬਦ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਇਹ ਤੇ ਗੁਰੂ ਨਾਨਕ ਸਾਹਿਬ ਜੀ ਸਮੇਂ 3 ਸ਼ਬਦ ਸਨ। 2 ਸ਼ਬਦ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਏ, ਇੱਕ ਚੌਥੇ ਪਾਤਸ਼ਾਹ ਤੇ ਇੱਕ ਪੰਜਵੇਂ ਪਾਤਸ਼ਾਹ ਨਾਲ। ਅਤੇ ਸਾਧ ਸੰਗਤ ਜੀ ਇਵੇਂ ਅੱਖਾਂ ਮੀਟ ਲੈਂਦੇ ਸੌਂ ਜਾਂਦੇ ਆ ਬਿਨਾਂ ਕੁਝ ਪੜ੍ਹੇ ਪੁੜੇ ਤੋਂ ਹੀ, ਗੁਰਬਾਣੀ ਤੋਂ। ਇਸ ਪ੍ਰਕਾਰ ਉਹ ਲੋਕ ਬਹੁਤ ਗਲਤੀ ਕਰਦੇ, ਕਿਉਂਕਿ ਬਾਣੀ ਪੜ੍ਹਨ ਨਾਲ ਬੜੀ ਰੱਖਿਆ ਹੁੰਦੀ ਹੈ। ਅਤੇ ਢਿਲਾਈ ਕਰਕੇ ਜੇ ਰਾਤ ਕੋਈ ਹੁਣ ਸੌ ਜਾਂਦਾ, ਕਈ ਵਿਘਨ ਪੈ ਜਾਂਦੇ, ਫਿਰ ਦੱਬੇ ਆਦਿਕ ਪੈਂਦੇ ਹੈ, ਪਰੇਸ਼ਾਨ ਹੁੰਦੇ ਹੈ। ਮਹਾਰਾਜ ਜੀ ਨੇ ਇਹ ਸਾਧ ਸੰਗਤ ਜੀ ਮਰਿਆਦਾ ਬੰਨੀ ਸੀ ਕੀਰਤਨ ਸੋਹਿਲਾ ਸਾਹਿਬ ਬਾਣੀ ਪੜ੍ਹਨ ਦੀ। ਫਿਰ ਇਹ ਬਾਣੀਆਂ ਦੇ ਨਿਯਮ ਹੈ, ਜਿਵੇਂ 5 ਬਾਣੀਆਂ ਸਵੇਰੇ ਅੰਮ੍ਰਿਤ ਵੇਲੇ ਪੜ੍ਹੀਆਂ ਜਾਂਦੀਆਂ, ਜਦੋਂ ਕਿ ਉਹ ਕੀਰਤਨ ਸੋਹਿਲਾ ਸਾਹਿਬ ਇਹ ਰਾਤ ਨੂੰ ਹੀ ਪੜ੍ਹਨ ਦਾ ਨਿਯਮ ਹੈ, ਅਤੇ ਰਹਿਰਾਸ ਸਾਹਿਬ ਨੂੰ ਸ਼ਾਮ ਦਾ ਹੀ ਪੜ੍ਹਨ ਦਾ ਨਿਯਮ ਹੈ, ਅਖੰਡ ਪਾਠ ਤੋਂ ਅਲਾਇਦਾ। ਇਹ ਬਾਣੀਆਂ ਕਦੀ ਵੀ ਜਿਹੜੀਆਂ ਕੀਰਤਨ ਸੋਹਿਲਾ ਸਾਹਿਬ ਰਹਿਰਾਸ ਸਾਹਿਬ ਕਦੀ ਵੀ ਇਵੇਂ ਵੇਲੇ ਕੁ ਵੇਲੇ ਨਹੀਂ ਪੜ੍ਹਨੀ ਹੈ। ਸੁਖਮਨੀ ਸਾਹਿਬ ਆਸਾ ਦੀ ਵਾਰ ਦੀ ਮਰਿਆਦਾ ਵੀ ਸਵੇਰੇ ਸਵੇਰੇ ਹੀ ਪੜ੍ਹਨਾ ਹੈ। ਹੋਰ ਸਾਧ ਸੰਗਤ ਜੀ ਕੁਝ ਬਾਣੀਆਂ ਜਿਹੜੀਆਂ ਮਰਿਆਦਾ ਅਨੁਸਾਰ ਪੜ੍ਹੀਆਂ ਜਾਂਦੀਆਂ। ਇਸ ਕਰਕੇ ਮਹਾਰਾਜ ਇਹ ਨਿਯਮ ਮੰਨਿਆ, ਜਿਨ੍ਹਾਂ 'ਤੇ ਕਿਰਪਾ ਮਹਾਰਾਜ ਦੀ। ਉਹ ਕੀਰਤਨ ਸੋਹਿਲਾ ਸਾਹਿਬ ਰਾਤ ਸੌਣ ਤੋਂ ਪਹਿਲਾਂ 5 ਇਸ਼ਨਾਨਾਂ ਕਰਕੇ ਸਿਰਹਾਣੇ ਵੱਲ ਮੂੰਹ ਕਰਕੇ ਗੁਰੂ ਮਹਾਰਾਜ ਨੂੰ ਹਾਜ਼ਰ ਨਾਥ ਸਮਝ ਕੇ ਪੜ੍ਹਦੇ ਹੈ। ਇਹ ਸਮਝਣਾ ਵੀ ਸਿਰਹਾਣੇ ਵਾਲੇ ਪਾਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਿਰਾਜਮਾਨ ਹਨ, ਅਤੇ ਇੱਧਰੋਂ ਬਾਣੀ ਸਿੱਖ ਪੜ੍ਹ ਰਿਹਾ, ਗੁਰੂ ਮਹਾਰਾਜ ਸੁਣ ਰਹੇ। ਇਵੇਂ ਇਹ ਪਹਿਲੀ ਉਥਾਨਕਾ। ਦੂਸਰੀ ਉਥਾਨਕਾ ਸਾਧ ਸੰਗਤ ਜੀ ਜਿਸ ਵਕਤ ਅੰਤਰਜਾਮੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਗੁਰਤਾ ਗਤੀ 'ਤੇ ਬਿਰਾਜਮਾਨ ਹੋਏ ਸਨ। ਇੱਕ ਸਮੇਂ ਦੀ ਗੱਲ ਹੈ ਕਿ ਪੰਚਮ ਪਾਤਸ਼ਾਹ ਗੁਰੂ ਮਹਾਰਾਜ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਰਾਮਸਰ ਸਾਹਿਬ ਸੁਭਾਏਮਾਨ ਹੈ, ਸ਼ਹੀਦਾਂ ਦੇ ਕੋਲ ਹੀ, ਇੱਥੇ ਭਾਈ ਗੁਰਦਾਸ ਜੀ ਪਾਸੋਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਰਹੇ ਸਨ। ਸਿੱਖਾਂ ਉਹ ਇੱਕ ਸੁਦਾਗਰ ਸਿੱਖ ਆਇਆ ਜੋ ਘੋੜਿਆਂ ਦਾ ਵਪਾਰ ਕਰਦਾ ਸੀ। ਉਹਨੇ ਬੇਨਤੀ ਕੀਤੀ, ਮਹਾਰਾਜ ਜੀ ਗਰੀਬ ਨਵਾਜ਼, ਮੈਂ ਦੇਸ਼ਾਂ ਦੇਸ਼ਾਂਤਰਾਂ ਵਿੱਚ ਵਪਾਰ ਕਰਦਾ, ਸਤਿਗੁਰੂ ਜੀ ਕੰਮ ਮੈਂ ਕਰਦਾ ਰਹਿੰਦਾ ਵਾਂ, ਆਪ ਕਿਰਪਾ ਕਰੋ ਮੈਨੂੰ ਕੋਈ ਰੱਖਿਆ ਵਾਸਤੇ ਸ਼ਬਦ ਦਿਓ, ਜਿਸ ਕਰਕੇ ਕੋਈ ਚੋਰ ਉਚੱਕੇ ਭੂਤ ਪ੍ਰੇਤਾਂ ਤੋਂ ਕੋਈ ਡਰ ਨਾ ਰਹੇ, ਕਿਉਂਕਿ ਮੈਂ ਰਾਤ ਬਰਾਤੇ ਕਿਤੇ ਵੀ ਮੈਨੂੰ ਰਾਤ ਪੈ ਜਾਂਦੀ, ਰਹਿਣਾ ਪੈਂਦਾ ਹੈ, ਕੋਈ ਵਿਘਨ ਨਾ ਪਏ। ਉਸ ਸਮੇਂ ਸਤਿਗੁਰੂ ਮਹਾਰਾਜ ਜੀ ਜੋ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਰਹੇ ਸਨ, ਅਤੇ 3 ਸ਼ਬਦ ਮਹਾਰਾਜ ਜੀ ਨੇ ਇਹ ਲਿਖਵਾ ਦਿੱਤੇ ਸਨ, ਜੋ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਉਚਾਰਨ, ਜੋ ਸਿੱਖ ਪਹਿਲਾਂ ਪੜ੍ਹਦੇ ਆ ਰਹੇ ਸੀ ਕੀਰਤਨ ਸੋਹਿਲਾ ਰੂਪ ਵਿੱਚ। ਇਹ ਸਿੱਖ ਦੀ ਜਦੋਂ ਬੇਨਤੀ ਸੁਣੀ ਹੈ, ਚੌਥਾ ਸ਼ਬਦ ਮਹਾਰਾਜ ਨੇ ਗੁਰੂ ਰਾਮਦਾਸ ਜੀ ਲਿਖਵਾ ਦਿੱਤਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਇਹ ਚੌਥਾ ਸ਼ਬਦ ਸੁਭਾਏਮਾਨ ਕੀਤਾ ਮਹਾਰਾਜ ਜੀ ਨੇ। ਜਦੋਂ ਇਹ ਸੁਦਾਗਰ ਨੇ ਬੇਨਤੀ ਕੀਤੀ ਹੈ, ਉਦੋਂ ਗੁਰੂ ਜੀ ਨੇ ਆਪਣੀ ਰਸਨਾ ਤੇ 5ਵਾਂ ਸ਼ਬਦ ਉਚਾਰਨ ਕਰਕੇ ਸਮਾਪਤੀ ਕੀਤੀ ਸੋਹਿਲਾ ਸਾਹਿਬ ਬਾਣੀ ਦੀ। ਆਪ ਉਚਾਰਿਆ, ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾੜ ਚੱਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਇਹ ਸਮਾਪਤੀ ਕੀਤੀ ਅਤੇ ਕਹਿੰਦੇ ਭਾਈ ਕੀਰਤਨ ਸੋਹਿਲਾ ਸਾਹਿਬ ਬਾਣੀ ਦਾ ਪਾਠ ਕਰਿਆ ਕਰ। ਕਹਿੰਦਾ ਮਹਾਰਾਜ ਰੱਖਿਆ ਸ਼ਬਦ ਨਾਲ ਦਿਓ। ਗੁਰੂ ਮਹਾਰਾਜ ਨੇ ਫਿਰ ਉਸ ਵੇਲੇ ਕਹਿੰਦੇ ਆਈ ਭਾਈ ਸ਼ਬਦ 4 ਪੜ੍ਹਨੇ ਕਿ ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮਾ ਲਾਗਾ ਜਮ ਲਜਾਏ ਕਰ ਭਾਗਾ। ਇਹ ਸ਼ਬਦ ਫਿਰ ਦੂਸਰਾ ਦਿੱਤਾ, ਤਾਤੀ ਵਾਵ ਨਾ ਲੱਗ ਗਈ, ਪਾਰ ਬ੍ਰਹਮ ਸਰਨਾਈ,
चौगिरद हमारे राम का दुख लगे ना भाई। तीसरा श्लोक दिता जय साधु गोबिंद भजन कीर्तन नानक नीत ना हो ना तू नह छुट है निकट न जाइह दूत। चौथा शब्द मन में चितवो चितवनी उद्यम करो उठ नीत हर कीर्तन का आहरो हर देहो नानक के मीत। ये क्या भाई ये 4 शब्द श्लोक 5 शब्द कीर्तन सोहिला साहिब दे पढ़ने हैं। कदी तेरे विघन नहीं रहेगा, कोई चोर उचक्का नहीं तेन हथ पा सकेगा। जो तू जिथे पाठ करके पंज इशनाना करके सराहने वाल जिधर सोना होगा मुख करके बाणी पढ़ेगा, जिथे जिथे तू होएगा उत्थे लोहे का कोट बन जाया करेगा किला। ये गुरु अर्जन साहब जी ने कहा। ये सिख मत्था टेक के सुदागर चला गया। हर रोज़ पाठ कीर्तन सोहिला साहिब दा फिर इसे तरह करया करें। 5 इशनाना करके जो बराजना हुंदा सराहने वाल मूँह करके, भावें वो किते जंगल जी होइए, भाव जिधर सिर करना वो सराहना पासा हुंदा, ते इवें पाठ करया करें। ते जिस पाठ का सदका ये चारे तरफ ही लोहे का कोट हो जाया करें, लोहे दे कनात तानी जाया करे किले दी। एक दिन लम्मा सफ़र करन वाले थक गया बेचारा, 5 इशनान कीते बिना लम्मा पै के पाठ करन लग पिया। आस जी आ गई, पाठ करदा करदा सौ गया ते पाठ पूरा संपूर्ण ना होया, जिस करके कोट दे बन गया। कोट कहीदा किले नूं, वो आसे पासे दे चौगिरद किला तो हो गया, पर वो कहते उहदे विच वड्डे वड्डे मघोरे रह गए जां जे बंदा लंघ सकदा सी। कई दिनां दे चोर दे पिछे लगे मगर मगर, वो भी बड़े काले सन, कदों हथ लगे। चोरां नूं चोरी करन दा समां नहीं सी मिलदा। उस दिन चोरां दा भी दा लग गया। उन्हां ने वो जिहड़े मघोरे रह गए बने कनातां दे, पहलां तो वो भी बड़े दुखी सन भी रोज़ करदा कि ये लोहे दी कनात कित्थों लई फिरदा नाल नाल। अज उन्होंने दा लग गया तो वह मघोरियां थानी विच अंदर जा बने। इतने नूं अज चोर अंदर ही सन, जिसका ये सिख नूं जाग आ गई, सावधान हो के चेता भी ओह मना ये बाणी मैं विच छड्ड गया। इन्हें 5 इशनाना कीतियां, 5 इशनाना करके ते पाठ किया संपूर्ण ने। फिर पहला वांग पूरा लोहे का कोट हो गया, जिवें लोहे का किला हुंदा, कनात पूरी तन के चोर अंदर सारे ताड़े गए। चोर बेचारे दुखी, सवेर हुंदे ही सारे पकड़े गए, क्योंकि गुरु साहिब का हुक्म सी कि तेरे अंदर तेरे आले दुआले कोट बन जा करूगा, जिथे जिथे तू एरिए जिथे तेरे घोड़े भी होया करनगे सारे थां ते। जदों तू अमृत वेले इशनान करके जपजी साहिब पढ़िया करेगा, उदों ये किला जिहड़ा हटिया करू पासे। ते अज रौला जिहा पैंदा सी उत्थे कनात विच। जदों इन्हें देखिया तो चोर जिहड़े सारे फड़े गए। पुछण नाल उन्हां चोरां ने सारी गलबात दसी भी असीं कई दिनां दे तेरे मगर लगे सदागरा, अज रात भी चोरी करन दा मसां मसां सानूं समां मिलिया है। ते तेरा जिहड़ा लोहे का कोट पहलां तो मघोरियां वाला सी, पता नहीं फिर किवें बन गया पूरा। ते कहंदे तुसीं ते अपने मुरशद दी किहड़ी कलम पढ़दे हो, जिस करके तुहाडी भी रखिया हुंदी है, की करदे हो, किला बनिया रहिंदा है, असीं ते बहुत दिन हो गए तुहाडे पिछे। सौदागर ने कहा भाई पंचम पातशाह जी का जस करके सारी वारता कह सुनाई, ये तो गुरु अर्जन साहिब महाराज देन है। उन्होंने कृपा की है, मैनूं ऐसी गुरबाणी बख्शी जिन्होंने मैं पढ़दा, जिस करके मेरी रखिया हुंदी है। उन्हां चोरां दे मन ते ऐसा साध संगत जी असर होया, उन्होंने चोरी करनी तो छड्ड दित्ती, गुरु घर दे बड़े श्रद्धालु हो गए। सौदागर नाल ही फिर रहिंदे रहे, इहदे नाल कामे बन के काम अगे हो के करते रहे। जिथे भी काम करया करें सौदागर नाल ही ये चोरी छड्डती, श्रद्धालु हो गए, नौकरी बन गई। इवें कीर्तन सोहिला साहिब बाणी की दूसरी उथानका है। साध संगत जी ये महाराज ने शब्द उचारण किए, ये सानू तां दिते है भी जदों सिख ने रात
ਸੌਣਾ ਹੈ ਸਿਰਹਾਣੇ ਵੱਲ ਮੂੰਹ ਕਰਕੇ, 5 ਬਾਣੀਆਂ ਪੜ੍ਹ ਕੇ, 5 ਸ਼ਬਦ ਪੜ੍ਹ ਕੇ, ਰੱਖਿਆ ਦੇ ਸ਼ਬਦ ਪੜ੍ਹ ਕੇ, ਅਤੇ ਫਿਰ ਜਾ ਕੇ ਸੌਣਾ ਹੈ ਬਾਣੀ ਪੜ੍ਹ ਕੇ। ਫਿਰ ਅਰਦਾਸ ਕਰਨੀ ਹੈ, ਫਿਰ ਸੌਂ ਜਾਣਾ ਹੈ। ਕਦੀ ਰਾਤ ਨੂੰ ਕੋਈ ਵਿਘਨ ਨਹੀਂ ਪਊਗਾ, ਨਾ ਕੋਈ ਦੱਬਾ ਪਏਗਾ, ਨਾ ਕੋਈ ਸੁਪਨਾ, ਨਾ ਕੋਈ ਬਦਰੂ ਆਏਗੀ। ਇਹ ਪੱਕਾ ਵਾਅਦਾ ਹੈ ਗੁਰੂ ਮਹਾਰਾਜ ਜੀ ਦਾ। ਗੁਰੂ ਕੇ ਸਿੱਖ ਪੜ੍ਹਦੇ ਉਹਨਾਂ ਨੂੰ ਕੁਝ ਨਹੀਂ ਹੁੰਦਾ। ਫਿਰ ਇਹਦਾ ਹੋਰ ਵੀ ਗੁਰੂ ਜੀ ਨੇ ਹੁਕਮ ਕੀਤਾ, ਜਿਹੜਾ ਭਾਈ ਪੜ੍ਹ ਕੇ ਰਾਤ ਕਿਤੇ ਪ੍ਰਾਣ ਨਿਕਲ ਜਾਣ ਉਹ ਸਿੱਖ ਦੇ, ਉਹਦੇ ਅਸੀਂ ਸਹਾਈ ਹੋਵਾਂਗੇ, ਉਹਨੂੰ ਜੂਨਾਂ ਵਿੱਚ ਨਹੀਂ ਪੈਣ ਦਿਆਂਗੇ, ਉਹਦੀ ਰੱਖਿਆ ਕਰਾਂਗੇ। ਭੂਤ ਪ੍ਰੇਤ ਨਹੀਂ ਬਣੇਗਾ, ਕੋਈ ਵਾਸ਼ਨਾ ਕਰਕੇ ਜੂਨ 'ਚ ਨਹੀਂ ਪਏਗਾ। ਸਾਡੇ ਚਰਨਾਂ 'ਚ ਨਿਵਾਸ ਹੋ ਉਹਦਾ। ਕਿੰਨਾ ਮਹਾਤਮ ਹੈ। 5 ਸ਼ਬਦ ਹੈ, ਬਹੁਤ ਛੋਟੇ ਹੈ, ਪਰ ਇੰਨੀ ਢਲਿਆਈ ਹੈ। ਆਪਣੇ ਆਪ ਨੂੰ ਸਾਰੇ ਸਿੱਖਿਆਂ ਜੀ ਹੈਗੇ ਹੀ, ਪਰ ਉਹ ਪਾਠ ਨਹੀਂ ਕੀਤਾ ਜਾਂਦਾ। ਐਵੇਂ ਗੁਰੂ ਮਹਾਰਾਜ ਦੀ ਬਾਣੀਆਂ ਛੋਟੀਆਂ ਹੈ, ਮਹਾਤਮ ਬਹੁਤ ਵੱਡੇ ਹੈ, ਪਰ ਵਿਚਾਰਿਆਂ ਨੇ ਸਾਨੂੰ ਪਤਾ ਤਾਂ ਕੁਝ ਹੈ ਨਹੀਂ, ਜਿਹਦੇ ਕਰਕੇ ਸਖਣੇ ਤੁਰੇ ਫਿਰਦੇ ਆ, ਪੜ੍ਹਿਆ ਜਾਂਦਾ ਨਹੀਂ ਹੈ, ਜਿਸ ਕਰਕੇ ਵਿਘਨ ਦੁੱਖ ਕਲੇਸ਼ ਪਏ ਰਹਿੰਦੇ ਹੈ। ਇਵੇਂ ਇਹ ਮਰਿਆਦਾ ਗੁਰੂ ਮਹਾਰਾਜ ਨੇ ਬੰਨੀ ਸੀ ਕੀਰਤਨ ਸੋਹਿਲਾ ਸਾਹਿਬ ਬਾਣੀ ਦੀ। ਅਤੇ ਸਾਧ ਸੰਗਤ ਜੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਇਹੀ ਮਰਿਆਦਾ ਸੀ। ਇਹ ਬਾਣੀ ਤਕਰੀਬਨ ਪੜ੍ਹੀ ਜਾਂਦੀ ਸੀ ਰੱਖਿਆ ਸ਼ਬਦ ਦੇ ਸਮੇਤ, 4 ਸ਼ਲੋਕ ਉਹ, ਅਤੇ ਨਾਲ ਕੀਰਤਨ ਸੋਹਿਲਾ ਸਾਹਿਬ ਸੰਪੂਰਨ। ਇਹ ਜਦੋਂ ਅਕਾਲੀ ਲਹਿਰ ਆਈ ਹੈ, ਅਕਾਲੀ ਲਹਿਰ ਤੋਂ ਬਾਅਦ ਕਮੇਟੀ ਵਿੱਚ ਇੰਨਾ ਫਰਕ ਪਿਆ ਹੈ ਕਿ ਉੱਥੇ ਹੁਣ ਜਿਹੜੇ ਤਾਤੀ ਵਾਹੁਣਾ ਲੱਗ ਗਈ, ਪਾਰ ਸ਼ਰਨ ਆਈ, ਇੱਕ ਇਹ ਸ਼ਬਦ, ਇੱਕ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ। ਇਹ ਸ਼ਬਦ 2 ਪੜ੍ਹ ਲੈਂਦੇ ਹੈ ਕੀਰਤਨ ਸੋਹਿਲਾ ਸਾਹਿਬ, ਬਾਕੀ ਦੇ ਸ਼ਬਦ ਨਾਲ ਛੱਡ ਦਿੱਤੇ ਹੈ, ਜਿਹਦੇ ਕਰਕੇ ਜਿਹੜੀ ਹੁਣ ਉੱਥੇ ਮਰਿਆਦਾ ਵੇਖ ਗਿਆ ਸੀ ਜਿਹੜੀ ਸੰਗਤ ਹੈ, ਉਹਨਾਂ ਨੇ ਵੀ ਸ਼ਬਦ ਛੱਡ ਦਿੱਤੇ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਇੰਨਾ ਪੜ੍ਹਿਆ ਜਾਂਦਾ। ਇਵੇਂ ਉਹ ਫਰਕ ਪਾਇਆ ਗਿਆ ਹੈ। ਪਰ ਜਿਹੜੀਆਂ ਗੁਰੂ ਘਰ ਦੀਆਂ ਸੰਪਰਦਾਵਾਂ ਟਕਸਾਲਾਂ ਹੈ, ਜਿੱਥੇ ਵੀ ਹੈਗੀਆਂ, ਉੱਥੇ ਤਾਂ ਇਸੇ ਤਰ੍ਹਾਂ ਜੋ ਗੁਰੂ ਮਹਾਰਾਜ ਦੀ ਮਰਿਆਦਾ ਚਲਾਈ ਉਸੇ ਤਰ੍ਹਾਂ ਪੜ੍ਹਿਆ ਜਾਂਦਾ ਹੈ। ਅਤੇ ਜਿਹੜੇ ਅੱਜ ਕੱਲ੍ਹ ਦੇ ਮਰਿਆਦਾ ਦੱਸਣ ਵਾਲੇ ਹੋਏ, ਉਹ ਕਹਿੰਦੇ ਵੀ ਇਹ ਪੁਜਾਰੀਆਂ ਦੀ ਮਰਿਆਦਾ ਤੋਰੀ ਹੋਈ। ਇਹਨਾਂ ਗੱਲਾਂ ਨੂੰ ਲੈ ਕੇ ਨਾ ਉਹ ਪੜ੍ਹਦੇ ਹੈ, ਨਾ ਉਹਨਾਂ ਨੇ ਆਪਣੀ ਮਰਿਆਦਾ ਵਿੱਚ ਲਿਖਿਆ ਹੋਇਆ ਹੈ। ਅਤੇ ਜਿਸ ਕਰਕੇ ਬੇਮੁੱਖ ਜਦੋਂ ਆਪਾਂ ਹੋ ਗਏ ਹਾਂ, ਬਾਣੀ ਪੂਰੀ ਪੜ੍ਹਨੀ ਕੋਈ ਨਹੀਂ ਹੈ, ਅਤੇ ਸਾਡੀ ਰੱਖਿਆ ਕੌਣ ਕਰੇ? ਹੁਣ ਰੱਖਿਆ ਤਾਂ ਤਾਂ ਹੀ ਹੋਵੇ ਨਾ, ਤਾਂ ਹੀ ਕਿਲੇ ਬਣਨੇ ਜੇ ਅਸੀਂ ਪੂਰੇ ਗੁਰੂ ਦੇ ਸਨਮੁਖ ਹੋਈਏ ਨੇ। ਗੁਰਬਾਣੀ ਹਾਂ ਨੇ ਘੱਟ ਕਰ ਦਿੱਤੀ ਹੈ, ਪੜ੍ਹਨੀ ਕੋਈ ਹੈ ਨਹੀਂ ਹੈ, ਜਿਹਦੇ ਕਰਕੇ ਸਾਧ ਸੰਗਤ ਜੀ ਬੇਮੁਖ ਕਾਰਨ ਕਰਕੇ ਅਸੀਂ ਜਿਹੜੇ ਆ ਦੁੱਖ ਪਾਉਂਦੇ ਹਾਂ। ਹੁਣ ਉੱਥੇ ਤਾਂ ਕਿੰਨੇ ਮਰਿਆਦਾ 'ਚ ਫਰਕ ਪਏ ਹੈ। ਜਿਹੜੀ ਸ੍ਰੀ ਰਹਿਰਾਸ ਸਾਹਿਬ ਸੀ, ਜਿੰਨੀ ਆਪਣੇ ਗੁਰਦੁਆਰਾ ਸਾਹਿਬ ਹੁਣ ਪੜ੍ਹੀ ਜਾਂਦੀ ਹੈ, ਅਤੇ ਜਿੰਨੀ ਹਜ਼ੂਰ ਸਾਹਿਬ ਪੜ੍ਹੀ ਜਾਂਦੀ ਹੈ, ਇੰਨੀ ਜਿਹੜੀ ਉੱਥੇ ਰਹਿਰਾਸ ਸਾਹਿਬ ਪੜ੍ਹੀ ਜਾਂਦੀ ਸ੍ਰੀ ਹਰਿਮੰਦਰ ਸਾਹਿਬ। ਇਹਦੇ ਕੁਝ ਸਮੇਂ ਤੋਂ ਬਾਅਦ ਜਿਹੜੀ ਇਹ ਬੰਦ ਕੀਤੀ ਹੈ, ਹੌਲੀ ਸ਼ਬਦ ਹੀ ਕਿੰਨੇ ਘਟਾ ਦਿੱਤੇ ਹੈ, ਦੋਹਰੇ ਕਿੰਨੇ ਛੱਡ ਦਿੱਤੇ ਹੈ। ਜਿਹੜੇ ਹੁਣ ਇੱਥੇ ਆਪਣੇ ਗੁਰਦੁਆਰਾ ਸਾਹਿਬ ਹੈ, ਸ੍ਰੀ ਰਹਿਰਾਸ ਸਾਹਿਬ ਸੰਪੂਰਨ ਕੀਤੀ ਜਾਂਦੀ ਹੈ, ਇੰਨੀ ਹਰਿਮੰਦਰ ਸਾਹਿਬ ਨਹੀਂ ਕੀਤੀ ਜਾਂਦੀ। ਅਤੇ ਕਈ ਕਹਿ ਦਿੰਦੇ ਜੀ ਉੱਥੇ ਜੀ ਉਹ 5ਵੇਂ ਪਾਤਸ਼ਾਹ ਦੇ ਸਮੇਂ ਦੀ ਮਰਿਆਦਾ ਚੱਲੀ ਆ ਰਹੀ ਹੈ, ਪਰ ਭਾਈ 5ਵੇਂ ਪਾਤਸ਼ਾਹ ਸਮੇਂ 24 ਸਾਹਿਬ ਤਾਂ ਨਹੀਂ ਸੀ ਹੈਗਾ, ਨਾ ਸਵਈਆ ਹੀ ਹੈਗਾ ਸੀ, ਨਾ ਦੋਹਰਾ ਸਗਲਦਾਰ ਕੋ ਛੱਡ ਕੇ ਹੈਗਾ ਸੀ। ਇਵੇਂ ਸਾਧ ਸੰਗਤ ਜੋ ਸਮੇਂ ਨਾਲ ਮਰਿਆਦਾ ਵਿੱਚ ਫਰਕ ਪੈ ਗਏ ਹੈ, ਜਿਹਦੇ ਕਰਕੇ ਗੁਰੂ ਦੀ ਬਾਣੀ 'ਚ ਟੁੱਟ ਗਏ। ਅਤੇ ਗੁਟਕੇ ਸਾਹਿਬ ਕਈਆਂ ਨੇ ਛਪਾ ਦਿੱਤੇ ਹੈ, ਕਿਹਨੇ ਉਹਨਾਂ ਵਿੱਚੋਂ ਸ਼ਬਦ ਹੀ ਕੱਢ ਦਿੱਤੇ ਹੈ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ। ਇਹਨੇ ਕਿੰਨੇ ਉਹਨਾਂ ਸ਼ਬਦ ਕੱਢ ਦਿੱਤੇ ਹੈ। ਜਿਹੜੀ ਜੋ 24 ਸਾਹਿਬ ਬਾਣੀ ਹੈ, ਦੁਸ਼ਟ ਦੋਖ ਤੇ ਲਿਹੋ ਬਚਾਈ, ਫਿਰ ਸਿੱਧਾ ਸਵਈਆ ਪਾਏਂਗੇ ਜਬ ਤੇ ਤੁਮਰੇ ਸਗਲਦਾਰ ਕੋ ਛੱਡ ਕੇ ਇਹ ਦੋਹਰਾ ਅਤੇ ਸਵਈਆ ਲਿਖ ਦਿੱਤਾ ਹੈ। ਹੁਣ ਜਿਹੜੇ ਕੋਈ ਵਿਚਾਰੇ ਉਹਨਾਂ ਦੇ ਗੁਟਕੇ ਸਾਹਿਬ ਪੜ੍ਹਨ ਵਾਲੇ ਹੈ, ਉਹ ਇੰਨਾ ਕੀ ਪੜ੍ਹਦੇ ਹੈ, ਅਤੇ ਜਦੋਂ ਕਿਤੇ ਉਹ
ਸੰਪਰਦਾ ਦਾ ਟਕਸਾਲ ਦਾ ਗੁਟਕਾ ਸਾਹਿਬ ਫੜ ਲੈਂਦੇ, ਆ ਜਾਂਦਾ ਕਿਰਪਾ ਕਰੀ ਹਮ ਪਰ ਜਗ ਮਾਤਾ। ਉਦੋਂ ਫਿਰ ਭਸੂੜੀ ਪੈ ਜਾਂਦੀ ਵੀ ਆਹ ਕਿਹਨੇ ਕੀ ਲਿਖਤਾ, ਲੱਗਦਾ ਗਲਤ ਲਿਖਤਾ ਅੱਗੇ। ਅਸਲ ਵਿੱਚ ਉਹ ਗਲਤ ਤਾਂ ਕੋਈ ਲਿਖਿਆ ਨਹੀਂ ਹੈ, ਸਾਨੂੰ ਥੋੜ੍ਹੇ ਪੜ੍ਹਨ ਦੀ ਆਦਤ ਪੈ ਗਈ ਹੈ। ਗੁਰਬਾਣੀ ਤਾਂ ਜਿੰਨੀ ਪੜ੍ਹੀ ਜਾਏ ਉਨੀ ਥੋੜ੍ਹੀ ਹੈ। ਅਸਲ ਵਿੱਚ ਅਸੀਂ ਪੜ੍ਹਦੇ ਕੋਈ ਹੈ ਨਹੀਂ ਹੈ, ਅਤੇ ਫਲ ਬਹੁਤਾ ਚਾਹੀਦਾ, ਪੜ੍ਹਨਾ ਥੋੜ੍ਹਾ ਹੈ। ਸੇਵਾ ਥੋੜ੍ਹੀ ਮੰਗਣ ਬਹੁਤਾ, ਸੇਵਾ ਥੋੜ੍ਹੀ ਹੈ ਮੰਗਣਾ ਬਹੁਤਾ ਸਾਡਾ। ਇਵੇਂ ਸਾਧ ਸੰਗਤ ਜੀ ਸੰਪਰਦਾ ਦੇ ਵਿੱਚ ਜਿਹੜੇ ਹੋਰ ਵੀ ਦੋ ਸ਼ਬਦ ਨਾਲ ਪੜ੍ਹ ਦਿੱਤੇ ਜਾਂਦੇ ਸੌਣ ਵੇਲੇ, ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਬ ਰੱਖਿਆ ਗੁਰਦਿਆਲ ਹੈ, ਭੈ ਦੁਖ ਬਿਨਾਸਨ ਹੈ, ਭਗਤ ਵਛਲ ਅਨਾਥ ਨਾਥੇ, ਸਰਨ ਨਾਨਕ ਪੁਰਖ ਅਚੁੱਤ ਹੈ। ਇੱਕ ਇਹ ਸ਼ਬਦ, ਦੂਸਰਾ ਘੋਰ ਦੁਖਿਅੰ ਅਨਕ ਹਤਿਅੰ, ਜਨਮ ਦਾਰਦਰੰ ਮਹਾ ਵਿਖਿਆਦੰ, ਮਿਟੰਤ ਸਗਲ ਸਿਮਰੰਤ, ਹਰ ਨਾਮ ਨਾਨਕ ਜੈਸੇ, ਪਾਵਕ ਕਾਸ਼ਟ ਭਸਮੰ ਕਰੋਤ। ਫਿਰ ਸੋਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਇਹ ਰੱਖਿਆ ਦੇ ਸ਼ਬਦ ਪੜ੍ਹ ਕੇ ਕੀਰਤਨ ਸੋਵਲਾ ਸਹਿ ਸੰਪੂਰਨ ਕਰਕੇ ਅਰਦਾਸ ਕਰਕੇ ਬਰਾਜਿਆ ਜਾਂਦਾ। ਗੁਰੂ ਕੇ ਸਿੰਘ ਜਿਹੜੇ ਸੰਪਰਦਾ ਦੇ ਵਿੱਚ ਤਕਰੀਬਨ ਰਹਿੰਦੇ ਉਹ ਸਾਰੇ ਇਸੇ ਤਰ੍ਹਾਂ ਹੀ ਪੜ੍ਹਦੇ ਹੈ। ਨਿਹੰਗ ਸਾਹਿਬਾਨਾਂ ਵਿੱਚ ਵੀ ਇਹੀ ਮਰਿਆਦਾ ਹੈ, ਇਹ ਗੁਰੂ ਘਰ ਦੀ ਮਰਿਆਦਾ ਹੈ, ਜਿਹਨੂੰ ਅੱਜ ਕੱਲ੍ਹ ਐਵੇਂ ਪੁਜਾਰੀਆਂ ਦੇ ਕਹਿ ਕੇ ਉਹਨਾਂ ਨੇ ਬਿਲਕੁਲ ਹੀ ਖਤਮ ਕਰ ਗੁਰ ਦਿੱਤੀ ਹੈ। ਅੱਗੇ ਤੋਂ ਅੱਗੇ ਹੋਰ ਜਿਹੜੇ ਹੈ ਵਿਚਾਰਿਆਂ ਫਰਕ ਪੈ ਗਿਆ ਹੈ, ਜਿਸ ਕਰਕੇ ਪੜ੍ਹਨ ਵਾਲੇ ਵੀ ਵਿਚਾਰੇ ਬਿਨਾਂ ਸਿੱਖਿਆ ਤੋਂ ਅਧੂਰੀ ਸਿੱਖਿਆ ਪੜ੍ਹਦੇ, ਕਿਉਂਕਿ ਵਿਚਾਰੇ ਕਰਨ ਵੀ ਕੀ ਲੋਕ ਜਦੋਂ ਪਤਾ ਨਹੀਂ ਹੈ। ਦੱਸਣ ਵਾਲਿਆਂ ਨੇ ਕਿਤਾਬਾਂ ਇਹੋ ਜਿਹੀਆਂ ਲਿਖ ਦਿੱਤੀਆਂ ਅਤੇ ਗੁਰਬਾਣੀ ਦੀ ਆਪੇ ਘੱਟ ਪੜ੍ਹਨੀ ਹੈ। ਇਵੇਂ ਸਾਧ ਸੰਗਤ ਜੀ ਜਿਹੜੀ ਸੰਪਰਦਾਇ ਮਰਿਆਦਾ ਮੁਤਾਬਕ ਜੋ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਦੱਸਿਆ ਹੈ, ਜੋ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਇਤਿਆਦਿਕ ਮਹਾਂਪੁਰਖਾਂ ਨੇ, ਅੱਗੇ ਤੋਂ ਅੱਗੇ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਇਸੇ ਤਰ੍ਹਾਂ ਸੰਤ ਬਾਬਾ ਠਾਕਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੇ ਇਸੇ ਤਰ੍ਹਾਂ ਹੀ ਹੁਣ ਵੀ ਉਸੇ ਤਰ੍ਹਾਂ ਗੁਟਕਾ ਸਾਹਿਬ ਛਪਦੇ ਆ ਰਹੇ ਹੈ। ਅਤੇ ਇਸੇ ਤਰ੍ਹਾਂ ਹੀ ਜੋ ਮੋਗੇ ਵਿੱਚ ਸੰਤ ਗਿਆਨੀ ਮੋਹਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਹੈ, ਉਹ ਵੀ ਇਸੇ ਤਰ੍ਹਾਂ ਮਰਿਆਦਾ ਚੱਲਦੀ ਆ ਰਹੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਮਰਿਆਦਾ ਅਨੁਸਾਰ ਚੱਲੀਏ ਤਾਂ ਹੀ ਜਿਹੜੇ ਹੈ ਪੰਥ ਦੇ ਬੇੜੇ ਪਾਰ ਹਨ। ਆਓ ਜੋ ਆਪਾਂ ਅੱਗੇ ਕਥਾ ਸਰਵਣ ਕਰ ਰਹੇ ਹਾਂ, ਜਿੱਥੇ ਪ੍ਰਸੰਗ ਛੱਡਿਆ ਸੀ ਉਸ ਨੂੰ ਬੜਾ ਵਿਸਥਾਰ ਨਾਲ ਜੋ ਰਹਿੰਦਾ ਹੈ ਪੜ੍ਹ ਵਿਚਾਰ ਲਈਏ। ਰਹਿੰਦੇ ਸਮੇਂ ਵਿੱਚ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਘਰ ਸੋ ਲਾਏ ਮਿਲਿਓ ਸਭ ਸੰਗਾ। ਭਾਈ ਲਹਿਣਾ ਜੀ ਸ੍ਰੀ ਕਰਤਾਰਪੁਰ ਸਾਹਿਬ ਤੋਂ ਜਦੋਂ ਗੁਰੂ ਮਹਾਰਾਜ ਜੀ ਨੇ ਆਪ ਹੀ ਕਹਿ ਦਿੱਤਾ, ਭਾਈ ਲਹਿਣਾ ਜੀ ਹੁਣ ਤੁਸੀਂ ਇੱਕ ਵਾਰੀ ਆਪਣੇ ਘਰ ਜਿਹੜਾ ਸੁੱਧ ਖਬਰ ਲੈ ਆਓ, ਫਿਰ ਵਾਪਸ ਆ ਜਾਣਾ। ਜਿਸ ਕਰਕੇ ਗੁਰੂ ਕੀ ਆਗਿਆ ਤੇ ਹੁਣ ਗੁਰੂ ਕਾ ਸਿੱਖ ਮੋੜ ਨਹੀਂ ਸਕਦਾ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਇਹ ਗੁਰੂ ਕੇ ਸਿੱਖ ਦਾ ਸਿਧਾਂਤ ਹੈ। ਗੁਰਮੁਖ ਹੋਵੇ ਸੋ ਭਾਣਾ ਮੰਨੈ। ਭਾਈ ਲਹਿਣਾ ਜੀ ਦੀ ਐਸੀ ਅਵਸਥਾ ਹੈ ਜਿਸ ਕਰਕੇ ਸ੍ਰੀ ਖਡੂਰ ਸਾਹਿਬ ਵਾਪਸ ਆ ਗਏ। ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਵੀ ਲਹਿਣਾ ਜੀ 3 ਸਾਲ ਬਾਅਦ ਘਰ ਆਏ ਹੈ, ਮਿਲਣ ਵਾਸਤੇ ਬੜੇ ਆ ਰਹੇ ਸਨ। ਸਤਿਕਾਰ ਕਰਕੇ ਅੱਗੋਂ ਹੀ ਉੱਠ ਪਏ ਹੈ ਅਤੇ ਭਾਈ ਲਹਿਣਾ ਜੀ ਸਾਰਿਆਂ ਦੇ ਨਾਲ ਜਿਹੜਾ ਗਲ ਨਾਲ ਲੱਗ ਲੱਗ ਕੇ ਮਿਲੇ ਹੈ। ਵੇਖਿਓ ਨਰ ਨਾ ਸੁਭਾਉ ਤੰਗਾ। ਖਡੂਰ ਦੇ ਲੋਕਾਂ ਨੇ ਭਾਈ ਲਹਿਣਾ ਜੀ ਦਾ ਸੁਭਾਅ ਦੇਖਿਆ ਹੈ
ਵੀ ਬਹੁਤ ਉੱਚਾ ਸੁੱਚਾ ਸੁਭਾਅ ਹੋ ਗਿਆ, ਪਹਿਲਾਂ ਨਾਲੋਂ ਬਹੁਤ ਮਹਾਨ ਹੋ ਗਏ ਐ। ਉਤੋ ਸੁਸ਼ੀਲ ਚੌਧਰੀ ਗ੍ਰਾਮ। ਖਡੂਰ ਨਗਰ ਵਿੱਚ ਇੱਕ ਸੀਲ ਸੁਭਾਅ, ਨਰਮ ਸੁਭਾਅ ਦਾ, ਬੜਾ ਸ਼ਾਂਤ ਸੁਭਾਅ ਦਾ ਚੌਧਰੀ ਹੈ ਸੀ, ਉੱਤਮ ਅਹ ਤਖਤ ਮਲ ਨਾਮ। ਜੋ ਬੜਾ ਉੱਤਮ ਮਹਾਨ ਹੈ, ਬੁੱਧੀ ਵਾਲਾ ਹੈ, ਤੇ ਤਖਤ ਮਲ ਨਾਮ ਸੀ ਚੌਧਰੀ ਦਾ। ਤਿਨ ਤਬ ਆਏ ਬੰਦਨਾ ਕੀਨੀ। ਉਸ ਨੇ ਆ ਕੇ ਚੌਧਰੀ ਨੇ ਭਾਈ ਲਹਿਣਾ ਜੀ ਨੂੰ ਮੱਥਾ ਟੇਕਣਾ ਕੀਤਾ। ਸੇਵ ਨਿਮਰਤਾ ਮਹਿਮਤ ਭੀਨੀ। ਜਿਸ ਤਖਤ ਮਲ ਚੌਧਰੀ ਦੀ ਜਿਹੜੀ ਮਤ ਬੁੱਧੀ ਹੈ, ਸੇਵਾ ਤੇ ਨਿਮਰਤਾ ਵਿੱਚ ਹੀ ਲੀਨ ਰਹਿੰਦੀ ਸੀ, ਭਿੱਜੀ ਹੋਈ ਸੀ, ਸ਼ਰਧਾ ਵਾਲਾ ਸੀ ਇਹ ਚੌਧਰੀ। ਤਿਹ ਬਿਲੋਕ ਲਹਿਣਾ ਕਹਿ ਬਚਨਾ। ਉਸ ਨੂੰ ਵੇਖ ਕੇ ਚੌਧਰੀ ਨੂੰ ਭਾਈ ਲਹਿਣਾ ਜੀ ਨੇ ਬਚਨ ਕਹਿਣਾ ਕੀਤਾ। ਮਧੁਰਤਾ ਮਿਰਦਲ ਜਿਨ ਰਚਨਾ। ਜਿਨ੍ਹਾਂ ਬਚਨਾਂ ਦੀ ਰਚਨਾ ਵਿੱਚ ਬੜੀ ਮਿਠਾਸ ਹੈ ਤੇ ਕੋਮਲਤਾ ਹੈ। ਮਤ ਵਿਸਾਲ ਗਲ ਮਿਲੀਏ ਆਈ। ਵੱਡੀ ਬੁੱਧੀ ਵਾਲੇ ਚੌਧਰੀ ਜੀ, ਤੁਸੀਂ ਵੀ ਕਿਉਂ ਪਿੱਛੇ ਚਲੇ ਗਏ, ਮੇਰੇ ਤੇ ਨਾਲ ਗੱਲ ਨਾਲ ਆ ਕੇ ਮਿਲੀਏ ਜੁਲੀਏ ਜੀ। ਬੰਧਨ ਕਰ ਕਿਉਂ ਬੈਸਿਓ ਜਾਈ। ਕਿਉਂ ਤੁਸੀਂ ਸਾਨੂੰ ਮੱਥਾ ਟੇਕ ਕੇ ਤੇ ਪਿੱਛੇ ਜੀ ਜਾ ਕੇ ਬੈਠ ਗਏ ਹੋ ਜੀ, ਤੁਸੀਂ ਤੇ ਅੱਗੇ ਹੋ ਕੇ ਆਓ, ਸਾਡੇ ਗੱਲ ਨਾਲ ਮਿਲੋ ਜੀ। ਸਭ ਨਰ ਮਹਤਮ ਅਧਿਕ ਵਡੇਰੇ। ਖਡੂਰ ਨਗਰ ਦੇ ਜਿੰਨੇ ਲੋਕ ਹਨ, ਉਹਨਾਂ ਵਿੱਚੋਂ ਤੁਸੀਂ ਤਾਂ ਬਹੁਤ ਵੱਡੇ ਵਡੇਰੇ ਮਹਾਨ ਹੋ। ਮਨ ਜਗਰਾਮ ਅਨੁਸਾਰ ਸੋ ਤੇਰੇ। ਖਡੂਰ ਨਗਰ ਦੇ ਸਾਰੇ ਮਨੁੱਖ ਚੌਧਰੀ ਤਖਤ ਮੱਲ ਜੀ, ਉਹ ਤੇ ਤੁਹਾਡੀ ਆਗਿਆ ਦੇ ਅਨੁਸਾਰੀ ਅਧੀਨ ਹਨ। ਉੱਚਾ ਪਦ ਕੋ ਪਾਏ ਨਿਮਾਈ। ਕਿਉਂਕਿ ਜਿਹੜੇ ਉੱਚੇ ਪਦ ਨੂੰ ਪਾ ਕੇ ਨੀਵੇਂ ਰਹਿੰਦੇ ਐ, ਨਿਮਾਣੇ ਰਹਿੰਦੇ ਐ ਜੀ। ਉੱਤਮ ਸੇ ਜਗ ਵਿਖੈ ਗਨਾਈ। ਚੌਧਰੀ ਸਾਹਿਬ ਜੀ ਉਹ ਸੰਸਾਰ ਵਿੱਚ ਨਾ ਉੱਤਮ ਪੁਰਸ਼ਾਂ ਵਿੱਚ ਗਿਣੇ ਜਾਂਦੇ ਐ, ਜਿਹੜੇ ਉੱਤਮ ਕਹੀਏ ਬਹੁਤ ਮਹਾਨ ਹੋਣ, ਭਾਵ ਚੌਧਰੀ ਬਣ ਕੇ ਵੀ ਜਿਹੜੇ ਨੀਵੇਂ ਰਹਿੰਦੇ ਆ ਨਾ, ਉਹ ਤੇ ਬਹੁਤ ਮਹਾਨ ਸੰਸਾਰ ਵਿੱਚ ਗਿਣੇ ਜਾਂਦੇ। ਫਲ ਕੋ ਪਾਏ ਧਰੋਵਰ ਜੋਈ। ਕਿਉਂਕਿ ਜੋ ਰੁੱਖ ਫਲ ਨੂੰ ਪਾ ਲੈਂਦਾ, ਜਿਹਨੂੰ ਫਲ ਲੱਗ ਜਾਂਦੇ ਬਹੁਤੇ। ਸਾਖਾ ਝੁਕਾ ਧਰਨ ਪਰ ਸੋਈ। ਸਾਖਾਂ ਝੁਕੈ, ਉਸ ਰੁੱਖ ਦੀਆਂ ਟਾਹਣੀਆਂ ਜਿਹੜੀਆਂ ਫਲ ਨਾਲ ਧਰਤੀ ਉੱਪਰ ਝੁਕ ਜਾਂਦੀਆਂ, ਠਾਂ ਹੋ ਜਾਂਦੀਆਂ। ਜਿਹੜਾ ਫਲ ਨਾਲ ਭਰਿਆ ਹੁੰਦਾ ਨਿਵੈ ਸੁਗੌਰਾ ਹੋਏ, ਜਿਹੜਾ ਭਾਰਾ ਹੁੰਦਾ ਉਹ ਨਿਵਦਾ ਹੈ। ਜਿਹੜਾ ਹੁਣ ਖਾਲੀ ਹੈ ਉਹਨੇ ਕੀ ਨਿਵਣਾ ਹੈ, ਜਿਹਨੂੰ ਕੋਈ ਫਲ ਨਹੀਂ ਲੱਗਾ ਹੈ। ਜਾਂ ਜਿਹੜਾ ਸੁੱਕਾ ਰੁੱਖ ਹੁੰਦਾ ਉਹ ਆਕੜਿਆ ਬੜਾ ਹੁੰਦਾ, ਅੰਜ ਲੱਗਾ ਉਹਨੂੰ ਕੁਝ ਨਹੀਂ ਹੁੰਦਾ, ਟਾਹਣ ਤੋੜੋ ਵੀ ਉਹਦਾ ਤੜਕ ਦੇ ਕੇ ਟੁੱਟਦਾ। ਅਤੇ ਜਿਹੜੇ ਭਰੇ ਫਲਾਂ ਨਾਲ ਉਹਦੀ ਟਾਹਣੀ ਖਿੱਚੋ ਉਹ ਵੀ ਬੜੀ ਔਖੀ ਟੁੱਟਦੀ, ਉਹ ਲਮਕਦੀ ਜਾਂਦੀ ਹੈ। ਇਵੇਂ ਕਹਿ ਰਹੇ ਆ ਚੌਧਰੀ ਸਾਹਿਬ ਜੀ, ਜਿਹੜੇ ਉੱਚੇ ਪਦ ਨੂੰ ਪਾ ਕੇ ਅਤੇ ਨੀਵੇਂ ਰਹਿੰਦੇ ਆ ਨਾ, ਉਹ ਸੰਸਾਰ ਵਿੱਚ ਬੜੇ ਮਹਾਨ ਗਿਣੇ ਜਾਂਦੇ ਆ। ਜਿਵੇਂ ਬ੍ਰਿਛ ਨੂੰ ਫਲ ਲੱਗੇ ਹੋਣ, ਉਹ ਧਰਤੀ ਉੱਪਰ ਝੁਕਦੀਆਂ ਜਾਂਦੀਆਂ ਟਾਹਣੀਆਂ ਉਹਦੀਆਂ। ਕਹਾ ਚੌਧਰੀ ਦੁਆ ਕਰ ਜੋਰੇ। ਉਸ ਵੇਲੇ ਚੌਧਰੀ ਨੇ ਦੋਵੇਂ ਹੱਥ ਹੀ ਜੋੜ ਕੇ ਕਿਹਾ, ਤੁਮ ਸੁਸ਼ੀਲ ਅਤਿ ਸੈ ਪ੍ਰਿਯ ਮੋਰੇ। ਲਹਿਣਾ ਜੀ ਤੁਸੀਂ ਨੇ ਬੜੇ ਨਾ ਸੁਸ਼ੀਲ ਸੁਭਾਅ, ਨਰਮ ਸੁਭਾਅ ਦੇ ਹੋ, ਫਿਰ ਮੇਰੇ ਪਿਆਰੇ ਵੀ ਬਹੁਤ ਹੋ। ਮਹਾਂਪੁਰਖ ਕੇ ਢਿਗ ਚਿਰਕਾਲਾ। ਜੋ ਗੁਰੂ ਨਾਨਕ ਸਾਹਿਬ ਜੀ ਮਹਾਂ ਅਕਾਲ ਪੁਰਖ ਹਨ, ਉਹਨਾਂ ਦੇ ਕੋਲ ਤੁਸੀਂ ਵੀ ਲੰਬਾ ਹੀ ਸਮਾਂ ਰਹਿ ਕਾ ਕੀਨੀ ਸੇਵ ਵਿਸਾਲਾ। ਉਹਨਾਂ ਮਹਾਂਪੁਰਖ ਗੁਰੂ ਨਾਨਕ ਸਾਹਿਬ ਦੇ ਪਾਸ ਰਹਿ ਕੇ ਕਰਤਾਰਪੁਰ ਵਿੱਚ ਤੁਸਾਂ ਨੇ ਬਹੁਤ ਮਹਾਨ ਸੇਵਾ ਕੀਤੀ ਹੋਈ ਹੈ। ਮਹਾਂਪੁਰਖ ਕੇ ਭਏ ਸਮਾਨਾ। ਇਸ ਕਰਕੇ ਜੋ ਮਹਾਂਪੁਰਖਾਂ ਦੀ ਸੇਵਾ ਕਰਦੇ ਉਹ ਵੀ ਮਹਾਨ ਹੀ ਹੋ ਜਾਂਦੇ ਹੈ। ਆਪ ਜੀ ਤੇ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਮਾਨ ਹੀ ਹੋ ਗਏ ਹੋ। ਤੁਮ ਕੋ ਪੂਜਨ ਮੈਂ ਭਲ ਜਾਨਾ। ਜਿਵੇਂ ਗੁਰੂ ਨਾਨਕ ਸਾਹਿਬ ਨੂੰ ਪੂਜਣਾ ਚੰਗਾ ਹੈ, ਇਵੇਂ ਮੈਂ ਤੁਹਾਨੂੰ ਪੂਜਣਾ ਚੰਗਾ ਸਮਝਦਾ।
ਚੰਗਾ ਜਾਣਦਾ ਹਾਂ। ਘਰ ਸੋ ਮਿਲਨ ਜੋਗ ਅਬ ਨਾਹੀ। ਇਸ ਕਰਕੇ ਲਹਿਣਾ ਜੀ ਤੁਹਾਡੇ ਗਲ ਨਾਲ ਮਿਲਣਾ ਮੈਨੂੰ ਯੋਗ ਬਣਦਾ ਨਹੀਂ ਹੈ ਹੁਣ। ਸੇਵਾ ਕਰਨ ਠਟੋ ਮਨ ਮਾਹੀ। ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ ਹੈ, ਹੁਣ ਮੈਂ ਮਨ ਵਿੱਚ ਇਹ ਠਟੀ ਹੈ ਵੀ ਮੈਂ ਤੁਹਾਡੀ ਸੇਵਾ ਕਰਾ ਲਵਾਂ। ਸੁਨ ਸ੍ਰੀ ਲਹਿਣਾ ਹਰਖਿਓ ਭਾਰੀ। ਸੁਣ ਕੇ ਸ੍ਰੀ ਪਾਵਨ ਲਹਿਣਾ ਭਾਈ ਜੀ ਬੜੇ ਭਾਰੀ ਖੁਸ਼ ਪ੍ਰਸੰਨ ਹੋਏ। ਖੁਸ਼ੀ ਅਦਿਕ ਤਿਹ ਉਪਰ ਧਾਰੀ। ਚੌਧਰੀ ਤਖਤ ਮਲ ਉੱਪਰ ਬੜੀ ਖੁਸ਼ੀ ਧਾਰੀ ਹੈ, ਪ੍ਰਸੰਨਤਾ। ਕਹਿਓ ਬਚਨ ਤੂੰ ਅਤ ਬ੍ਰਿਧ ਹੋਵਹ। ਉਸ ਵੇਲੇ ਭਾਈ ਲਹਿਣਾ ਜੀ ਨੇ ਬਚਨ ਕਿਹਾ, ਚੌਧਰੀ ਤਖਤ ਮਲ ਵੀ ਤੂੰ ਬਹੁਤ ਵੱਡੀ ਉਮਰ ਵਾਲਾ ਹੋਵੇਂ, ਬਹੁਤ ਮਹਾਨ ਅਵਸਥਾ ਵਾਲਾ ਹੋਵੇਂ ਵੀ। ਸਤਿਗੁਰ ਭਾਵੈ ਸਭ ਦੁਖ ਖੋਵਹ। ਸਤਿਗੁਰੂ ਨਾਨਕ ਸਾਹਿਬ ਜੀ ਨੂੰ ਭਾਵੇ, ਜਿਸ ਕਰਕੇ ਤੇਰੇ ਸਾਰੇ ਦੁੱਖ ਹੀ ਖੋਏ ਜਾਣ, ਨਾਸ ਹੋ ਜਾਣ। ਵੀ ਜੇ ਸਤਿਗੁਰੂ ਨੂੰ ਭਾਵੇਂ ਤੁਹਾਡੇ ਸਾਰੇ ਦੁੱਖ ਗੁਨਾਹ ਨਾਸ ਹੋ ਜਾਣਗੇ। ਪਾਏ ਸਦਨ ਮਹਿ ਸਰਬ ਪਦਾਰਥ। ਤੂੰ ਵੀ ਚੌਧਰੀਆ ਸਾਰੇ ਪਦਾਰਥ ਹੀ ਘਰ ਵਿੱਚ ਪਾਏਗਾ। ਜਾਏ ਪਰਲੋਕ ਹੋਏ ਕਿਰਤਾਰਥ। ਜਦੋਂ ਮੁਕਤ ਹੋ ਕੇ ਨਿਹਾਲ ਸਫਲਾ ਹੋ ਕੇ ਪਰਲੋਕ ਵਿੱਚ ਜਾਏਗਾ। ਤਬ ਤੇ ਤਿਹਨ ਕੇਤ ਕੇ ਮਾਹੀ। ਉਦੋਂ ਕਹਿੰਦੇ ਵੀ ਜਦੋਂ ਪਰਲੋਕ 'ਚ ਜਾਓਗੇ ਉਦੋਂ ਵੀ ਤੁਸੀਂ ਕਿਰਤਾਰਥ ਬੜੇ ਨਿਹਾਲ ਸਫਲ ਹੋਗੇ, ਮੁਕਤ ਹੋਗੇ ਤੁਸੀਂ। ਤਦੋਂ ਤੋਂ ਹੀ ਕਹਿੰਦੇ ਇਸ ਗੁਰੂ ਜਦੋਂ ਦੇ ਭਾਈ ਲਹਿਣਾ ਜੀ ਨੇ ਬਚਨ ਕਰ ਦਿੱਤੇ ਤਖਤ ਮਲ ਚੌਧਰੀ ਦੇ ਘਰ ਦੇ ਵਿੱਚ। ਕਿਸੋ ਵਸਤ ਕੀ ਕਮਤੀ ਨਾਹੀ। ਕਮਤੀ ਨਾਹੀ, ਕਿਸੇ ਵਸਤੂ ਦੀ ਕੋਈ ਕਮੀ ਨਾ ਰਹੀ। ਕਰਨੀ ਭਗਤ ਹਿਰਦੇ ਮਹਿ ਜਾਗੀ। ਉਸ ਵੇਲੇ ਤਖਤ ਮਲ ਚੌਧਰੀ ਦੇ ਹਿਰਦੇ ਵਿੱਚ ਵੀ ਇਹ ਇੱਛਾ ਜਾਗੀ ਹੈ ਵੀ ਪਰਮੇਸ਼ਰ ਦੀ ਭਗਤੀ ਕਰਨੀ ਚਾਹੀਦੀ ਹੈ, ਵੀ ਮੈਂ ਵੀ ਭਗਤੀ ਕਰਾਂ। ਸਤਿਗੁਰ ਨਾਮ ਸੰਗ ਲਿਵ ਲਾਗੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਖਸ਼ੇ ਹੋਏ ਵਾਹਿਗੁਰੂ ਨਾਮ ਦੇ ਵਿੱਚ ਫਿਰ ਲਿਵ ਲੱਗੀ ਹੈ। ਬਾਹਰ ਕਰਤ ਭਾਏ ਸਤ ਭਾਉ। ਫਿਰ ਤੇ ਆਪੋ ਵਿੱਚ ਹੀ ਭਾਈ ਲਹਿਣਾ ਜੀ ਤਖਤ ਮੱਲ ਜੀ ਜਿਹੜੇ ਬੜਾ ਸੱਚਾ ਹੀ ਪ੍ਰੇਮ ਕਰਨ ਲੱਗੇ। ਉਸਤਤ ਕਰਹਿ ਲੇਤ ਮੁਖ ਨਾਉ। ਉਸਤਤ ਕਰਦੇ ਆ ਮੁਖੋਂ ਨਾਮ ਲੈ ਲੈ ਕੇ, ਗੁਰੂ ਪਰਮੇਸ਼ਰ ਦਾ ਨਾਮ ਲੈ ਕੇ ਵੀ ਇੱਕ ਦੂਜੇ ਦਾ ਨਾਮ ਲੈ ਕੇ ਉਸਤਤ ਕਰਦੇ ਐ। ਦੋਹਰਾ ਤਿਹ ਚਨ ਬੈਠਿਓ ਤਖਤ ਮਲ। ਉਸ ਸਮੇਂ ਇਹ ਤਖਤ ਮੱਲ ਚੌਧਰੀ ਬੈਠਿਆ ਹੋਇਆ ਸੀ। ਮਾਨਵ ਅਪਰ ਸੋ ਬ੍ਰਿੰਦਾ। ਹੋਰ ਵੀ ਖਡੂਰ ਨਗਰ ਦੇ ਬਹੁਤੇ ਮਾਈ ਭਾਈ ਸ਼ਬਦ ਉਚਾਰਿਓ ਸਤਿਗੁਰੂ। ਉਸ ਵੇਲੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜੋ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਉਹ ਉਚਾਰਿਆ ਕਿਹਾ ਆਪਣੇ ਮੁਖ ਤੋਂ। ਸਰਦਾ ਹਿਤ ਸੁਖ ਕੰਦਾ। ਜੋ ਸੁੱਖਾਂ ਦੇ ਬੱਦਲ ਮੋਢੈ ਗੁਰੂ ਨਾਨਕ ਸਾਹਿਬ ਜੀ ਵੀ ਉਹਨਾਂ ਦੇ ਚਰਨਾਂ ਵਿੱਚ ਇਹਨਾਂ ਦੀ ਹੋਰ ਸ਼ਰਧਾ ਵੱਧ ਜਾਏ। ਸ਼ਰਧਾ ਵਾਸਤੇ ਇਹ ਭਾਈ ਲਹਿਣਾ ਜੀ ਨੇ ਸ਼ਬਦ ਉਚਾਰਿਆ ਵੀ ਇਹ ਜਿਹੜਾ ਸ਼ਬਦ ਉਂਝ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਜਦੋਂ ਪੱਛਮ ਵੱਲ ਦੇ ਸਿੱਖ ਆਏ ਹੈ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਜੀਵ ਦਾ ਸੰਸਾਰ ਵਿੱਚ ਸਤਿਗੁਰੂ ਜੀ ਨੂੰ ਕਿਵੇਂ ਸਵਾਰਦੇ ਹੈ ਅਤੇ ਕਿੰਨਾ ਦੀ ਨਜ਼ਰ ਹੁੰਦੀ ਮਹਾਰਾਜ ਜੀ। ਉਸ ਵੇਲੇ ਮਹਾਰਾਜ ਨੇ ਸ਼ਬਦ ਉਚਾਰਿਆ ਸੀ ਜੋ ਭਾਈ ਲਹਿਣਾ ਜੀ ਨੇ ਕੰਠ ਕੀਤਾ ਹੋਇਆ ਸੀ। ਕੰਠ ਕਰਨੇ ਕਰਕੇ ਜਦੋਂ ਇਹ ਆਏ ਹੈ ਸਾਰੇ ਨਗਰ ਦੇ ਲੋਕ ਫਿਰ ਤਖਤ ਮੱਲ ਇਹਨਾਂ ਨੂੰ ਸੁਣਾ ਕੇ ਗੁਰਬਾਣੀ ਦਾ ਸ਼ਬਦ ਜੋ ਸੂਹੀ ਰਾਗ ਵਿੱਚ ਆਉਂਦਾ ਗੁਰੂ ਨਾਨਕ ਸਾਹਿਬ ਜੀ ਦਾ ਭਾਈ ਲਹਿਣਾ ਜੀ ਨੇ ਆਪਣੇ ਮੁਖੋਂ ਉਚਾਰਿਆ। ਸ੍ਰੀ ਮੁਖ ਵਾਕ ਸੋਹੀ ਮਹੱਲਾ ਪਹਿਲਾ। ਜਿਨ ਕੋ ਭਾਂਡਾ ਪਾਓ। ਸੋਹੀ ਰਾਗਣੀ ਹੈ। ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਪਹਿਲੇ ਸਰੂਪ ਫਰਮਾਉਂਦੇ ਹੈ, ਜਿਨ ਕੋ ਭਾਂਡਾ ਪਾਓ। ਭਾਈ ਜਿਨ੍ਹਾਂ ਦਾ ਸਰੀਰ ਰੂਪੀ ਭਾਂਡਾ ਹਿਰਦਾ ਰੂਪੀ ਭਾਂਡਾ ਹੈ। ਸਰੀਰ ਵੀ ਭਾਂਡਾ, ਹਿਰਦਾ ਵੀ ਭਾਂਡਾ। ਜਿਨ੍ਹਾਂ ਦੇ ਸਰੀਰ ਰੂਪੀ ਜਾਂ ਹਿਰਦੇ ਰੂਪੀ ਭਾਂਡੇ ਦੇ ਵਿੱਚ ਵਾਹਿਗੁਰੂ ਦਾ ਪ੍ਰੇਮ ਹੈ, ਤਿਨਾ ਸਵਾਰਸੀ। ਉਹਨਾਂ ਨੂੰ ਪਰਮੇਸ਼ਰ ਸਵਾਰਸੀ ਸਵਾਰੇਗਾ।
ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਉਹਨਾਂ ਨੂੰ ਸਵਾਰੇਗਾ ਪਰਮੇਸ਼ਰ, ਤੇ ਜਾਂ ਵੀ ਜਿਨ੍ਹਾਂ ਦੇ ਅੰਦਰ ਪ੍ਰੇਮ ਉਹਨਾਂ ਨੂੰ ਉਸਨੇ ਸਵਾਰਿਆ ਹੈ, ਹੁਣ ਵੀ ਸਵਾਰਦਾ ਤੇ ਸਵਾਰੇਗਾ। ਸੁਖੀ ਕਰੈ ਪਸਾਓ, ਉਹਨਾਂ ਨੂੰ ਪ੍ਰੇਮ ਵਾਲਿਆਂ ਨੂੰ ਸੁੱਖਾਂ ਦੀ ਪਸਾਓ ਕਹੀਏ ਦਾਤ ਦੇਣਾ ਕਰੇਗਾ ਪਰਮੇਸ਼ਰ। ਇਵੇਂ ਦਾਤ ਸੁੱਖਾਂ ਦੀ ਦੇ ਦੇਵੇਗਾ। ਦੁਖ ਵਿਸਾਰਸੀ, ਜੰਮਣ ਮਰਨ ਦਾ ਦੁੱਖ, ਵਿਸ਼ੇ ਵਿਕਾਰਾਂ ਦਾ ਦੁੱਖ ਸਾਰਾ ਵਿਸਾਰਸੀ ਵਿਸਰਜਨ ਕਰ ਦੇਗਾ, ਵਿਸਾਰ ਦੇਗਾ, ਭੁਲਾ ਦੇਗਾ, ਦੂਰ ਕਰ ਦੇਗਾ। ਸਹਸਾ ਮੂਲੇ ਨਾਹੇ, ਇਸ ਗੱਲ ਵਿੱਚ ਤੇ ਭਾਈ ਮੂਲੇ ਕਹੀਏ ਕਦਾਚਿਤ ਵੀ ਕੋਈ ਸਹਿੰਸਾ ਭਰਮ ਤੇ ਹੈ ਹੀ ਨਹੀਂ ਹੈ। ਸਰ ਪਰ ਤਾਰਸੀ, ਜ਼ਰੂਰ ਬਾਦ ਜ਼ਰੂਰ ਉਹਨਾਂ ਨੂੰ ਤਾਰੇਗਾ। ਆਪਣੇ ਸੇਵਕ ਹੀ ਸਰ ਪਰ ਰੱਖੈ, ਆਪਣੇ ਸੇਵਕ ਦੀ ਪਰਮੇਸ਼ਰ ਜ਼ਰੂਰ ਜ਼ਰੂਰ ਰੱਖਦਾ ਹੈ, ਰੱਖਦਾ ਆਇਆ ਹੈ, ਰੱਖੇਗਾ ਤੇ ਰੱਖਦਾ ਹੀ ਰਹੇਗਾ। ਤਿਨਾ ਮਿਲਿਆ ਗੁਰ ਆਏ, ਜੋ ਭਾਈ ਉਹਨਾਂ ਨੂੰ ਗੁਰੂ ਆ ਕੇ ਮਿਲਿਆ ਹੈ, ਜਿਨ ਕੋ ਲਿਖਿਆ, ਜਿਨ੍ਹਾਂ ਦੇ ਮੱਥੇ ਉੱਪਰ ਪਰਮੇਸ਼ਰ ਨੇ ਲਿਖਿਆ ਕਿ ਇਹ ਚੰਗਾ ਲੇਖ ਲਿਖਿਆ ਹੈ, ਉਹਨਾਂ ਨੂੰ ਗੁਰੂ ਭਾਈ ਪੂਰਾ ਮਿਲਿਆ ਹੈ। ਅੰਮ੍ਰਿਤ ਹਰਿ ਕਾ ਨਾਮ, ਜੋ ਮੌਤ ਤੋਂ ਰਹਿਤ ਕਰ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੈ। ਦੇਵਾ ਦੇਖਿਆ, ਸਤਿਗੁਰੂ ਜੀ ਉਹਨਾਂ ਨੂੰ ਗੁਰੂ ਰੂਪ ਹੋ ਕੇ ਪਰਮੇਸ਼ਰ ਸਿੱਖਿਆ ਦੀਖਿਆ ਕਿ ਇਹ ਸਿੱਖਿਆ ਦਿਖਿਆ ਦਿੰਦੇ ਹੈ। ਅੰਮ੍ਰਿਤ ਹਰਿ ਕਾ ਨਾਉ ਦੇਵੈ ਦੀਖਿਆ, ਜਿਨ੍ਹਾਂ ਨੂੰ ਗੁਰੂ ਸਿੱਖਿਆ ਦੇਵੇ ਉਹਨਾਂ ਨੂੰ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ ਹੈ। ਚਾਲਹ ਸਤਿਗੁਰ ਪਾਏ, ਉਹ ਅੰਮ੍ਰਿਤ ਹਰਿ ਕਾ ਨਾਉ ਦੇਵੇ ਦੀਖਿਆ, ਮੌਤ ਤੋਂ ਰਹਿਤ ਕਰ ਦੇਣ ਵਾਲਾ ਵਾਹਿਗੁਰੂ ਦਾ ਨਾਮ ਹੈ। ਅੰਮ੍ਰਿਤ ਰੂ ਜੋ ਪਰਮੇਸ਼ਰ ਦਾ ਨਾਮ ਹੈ, ਗੁਰੂ ਜੀ ਉਸ ਨੂੰ ਦਿੰਦੇ ਹੈ। ਕਿਹਨੂੰ ਦਿੰਦੇ ਹੈ? ਚੱਲ ਹੈ ਸਤਿਗੁਰ ਭਾਏ, ਜਿਹੜੇ ਸਤਿਗੁਰ ਦੇ ਭਾਏ ਹੁਕਮ ਵਿੱਚ ਚੱਲਦੇ ਹੈ, ਭਾਏ ਉਹਦੇ ਭਾਣੇ ਵਿੱਚ ਚੱਲਦੇ ਹੈ, ਭਾਏ ਜਿਹੜੇ ਉਹਦੇ ਆਗਿਆ ਵਿੱਚ ਚੱਲਦੇ ਹੈ। ਭਵਹਿ ਨਾ ਭੀਖਿਆ, ਉਹ ਫਿਰ ਪੁਰਖ ਭੀਖਿਆ ਕਹੀਏ 84 ਲੱਖ ਜੂਨਾਂ ਵਿੱਚ ਭੌਂਦੇ ਨਹੀਂ ਫਿਰਦੇ, ਜਿਹੜੇ ਗੁਰੂ ਵਾਲੇ ਹੋ ਗਏ, ਜਿਹੜੇ ਸਤਿਗੁਰੂ ਨੂੰ ਭਾ ਜਾਂਦੇ ਹੈ, ਜਿਹੜੇ ਸਤਿਗੁਰ ਦੇ ਭਾਣੇ 'ਚ ਚੱਲਦੇ ਤੇ ਗੁਰਮਤਿ ਧਾਰਨ ਕਰਦੇ ਹੈ, ਉਹ 84 ਲੱਖ ਜੂਨਾਂ 'ਚ ਨਹੀਂ ਪੈਂਦੇ। 84 ਲੱਖ ਜੂਨਾਂ 'ਚ ਉਹ ਪੈਂਦੇ ਹੈ ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਜਿਹੜੇ ਗੁਰੂ ਦੇ ਹੁਕਮ ਵਿੱਚ ਚੱਲਦੇ ਉਹ ਗੁਰਮੁਖ ਹੋ ਜਾਂਦੇ, ਉਹ ਜੂਨਾਂ 'ਚ ਪੈਂਦੇ ਨਹੀਂ। ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਹੈ ਅਤੇ ਉਹ ਫਿਰ ਜੂਨਾਂ 'ਚ ਪੈਂਦੇ ਹੈ। ਇਵੇਂ ਜਿਨ੍ਹਾਂ ਨੂੰ ਪਰਮੇਸ਼ਰ ਨੇ ਉਹਨਾਂ ਨੂੰ ਦਿਖਿਆ ਦਿੱਤੀ ਹੈ ਭਾਈ ਸਿੱਖਿਆ, ਜਿਹੜੇ ਦੇ ਭਾਣੇ ਚੱਲਦੇ ਆ, ਫਿਰ ਭਵਹਿ ਨਾ ਭੀਖਿਆ। ਉਹ ਭੀਖਿਆ ਕਹੀਏ 84 ਲੱਖ ਜੂਨਾਂ 'ਚ ਭੌਂਦੇ ਫਿਰਦੇ ਨਹੀਂ, ਭਟਕਦੇ ਨਹੀਂ ਹੈ। ਜਾ ਕਾ ਮਹਿਲ ਹਜੂਰਾ, ਅੱਜ ਇਸ ਨੂੰ ਮਹਿਲ ਕਹੀਏ ਆਪਣਾ ਸਵੈ ਸਰੂਪ ਆਤਮ ਸਰੂਪ, ਹਜੂਰ ਕਹੀਏ ਸਾਖਿਆਤ ਪ੍ਰਗਟ ਹੋਇਆ ਹੈ। ਦੂਜੇ ਨਿਵਾ ਕਿਸ, ਉਹ ਕਿਸ ਦੂਜੇ ਨਿਵੇ, ਕਿਸ ਦੂਜੇ ਅੱਗੇ ਨਿਵਣ, ਜਿਹਨੂੰ ਆਪਣਾ ਸਵੈ ਸਰੂਪ ਪ੍ਰਗਟ ਹੋ ਗਿਆ ਵੀ ਮੇਰਾ ਆਤਮਾ ਉਹ ਪਰਮਾਤਮਾ ਹੈ, ਜਿਹਨੂੰ ਇਹ ਗੱਲ ਦਾ ਪਤਾ ਲੱਗ ਗਿਆ ਸੱਚਮੁੱਚ ਵੀ ਅਹੰ ਬ੍ਰਹਮਾਸਮੀ, ਇੱਕ ਤੇ ਕਹਿ ਦਿੱਤਾ ਹੁਣ, ਇੱਕ ਵੀ ਪ੍ਰਤੱਖ ਹੀ ਪ੍ਰਗਟ ਹੋ ਗਿਆ ਵੀ ਮੇਰਾ ਆਪਾ ਹੀ ਹੈ ਸਭ ਕੁਝ। ਉਹ ਦੂਜਾ ਕਿਸ ਅੱਗੇ ਨਿਵਣ, ਉਹ ਕਿਸੇ ਅੱਗੇ ਨਹੀਂ ਨਿਵਦੇ। ਭਾਵ ਜਿਵੇਂ ਉਹ ਵਿਚਾਰ ਸਾਗਰ ਵਿੱਚ ਲਿਖਿਆ, ਉਹ ਕਹਿੰਦੇ ਵੀ ਕਵੀ ਜੀ ਤੁਸਾਂ ਨੇ ਮੰਗਲ ਵਿਸ਼ਨੂੰ ਜੀ ਦਾ ਕਰ ਲੈਂਦੇ, ਤੁਸੀਂ ਸ਼ਿਵ ਜੀ ਦਾ ਕਰ ਲੈਂਦੇ, ਇੰਦਰ ਦਾ ਕਰ ਲੈਂਦੇ, ਦੇਵਤੇ ਮੁੱਖ ਹੈ। ਕਹਿੰਦੇ ਮੈਂ ਕਿਹਦਾ ਕਰਾਂ, ਕਿਉਂਕਿ ਉਹ ਮੇਰਾ ਹੀ ਐਸਾ ਸਰੂਪ ਹੈ। ਮੇਰਾ ਸਰੂਪ ਪਰਮੇਸ਼ਰ ਰੂਪ ਹੈ, ਅਤੇ ਪਰਮੇਸ਼ਰ ਦੇ ਰੂਪ ਵਿੱਚ ਹੀ ਇਹ ਜਿਹੜੇ ਦੇਵੀ ਦੇਵਤੇ ਤੇ ਲਹਿਰਾਂ ਉੱਠ ਰਹੀਆਂ ਹੈ, ਅਤੇ ਲਹਿਰ 'ਚ ਅਤੇ ਇਸੇ ਤਰ੍ਹਾਂ ਸਮੁੰਦਰ 'ਚ ਕੋਈ ਫਰਕ ਨਹੀਂ ਹੁੰਦਾ। ਮੇਰਾ ਸਰੂਪ ਹੈ ਬ੍ਰਹਮ ਸਰੂਪ,
ਤੇ ਮੈਂ ਫਿਰ ਇੰਦਰ ਦਾ ਸ਼ਿਵ ਜੀ ਦਾ ਕਿਉਂ ਜਿਹੜਾ ਮੰਗਲ ਕਰਾਂ। ਭਾਵ ਮੇਰਾ ਆਪਾ ਹੀ ਹੈ। ਜਦੋਂ ਮੈਂ ਆਪਣੇ ਸਰੂਪ ਦਾ ਮੰਗਲ ਕਰ ਲਿਆ, ਸ਼ਿਵ ਜੀ ਬ੍ਰਹਮਾ ਉਹ ਲਹਿਰਾਂ ਦੀ ਨਹੀਂ ਆਪਣੇ ਆਪ ਵਿੱਚ ਆ ਗਏ। ਇਸੇ ਤਰ੍ਹਾਂ ਜਿਨ ਕੋ ਜਾ ਕੋ ਮੈਲ ਹਜੂਰ ਜਾ ਕੋ ਮੈਲ ਹਜੂਰ, ਜਿਸ ਨੂੰ ਮਹਿਲ ਕਈ ਆਪਣੇ ਸਵੈ ਸਰੂਪ ਦਾ ਹਜੂਰ ਸਾਖਿਆਤ ਪ੍ਰਗਟ ਹੋ ਗਿਆ ਹੈ। ਦੂਜੈ ਨਿਵੈ ਕਿਸ ਦੂਜੇ ਅੱਗੇ ਨਿਵਣੋ, ਭਾਵ ਨਹੀਂ ਨਿਵਦੇ। ਦਰ ਦਰ ਵਾਣੀ ਨਾਹੇ, ਜਿਹੜੇ ਪਰਮੇਸ਼ਰ ਦੇ ਦਰ ਹੈ, ਦਰ ਦਰਵਾਜ਼ਾ ਹੈ ਪਰਮੇਸ਼ਰ ਦੇ ਦਰ ਦਾ ਸੱਚਖੰਡ, ਜਾਂ ਪਰਮੇਸ਼ਰ ਦੇ ਦਰ ਦੇ ਦਰਵਾਣੀ ਦਵਾਰਪਾਲ ਜਮ ਹਨ। ਮੂਲੇ ਪੁੱਛਤਿ ਸਾ, ਉਸ ਸਵੈ ਸਰੂਪ ਦੀ ਗਿਆਤ ਵਾਲੇ ਮਹਾਂਪੁਰਸ਼ ਬ੍ਰਹਮ ਗਿਆਨੀ ਨੂੰ ਕਦਾ ਚਿੱਤ ਵੀ ਨਹੀਂ ਪੁੱਛਦੇ ਵੀ ਤੂੰ ਕਿੱਥੋਂ ਆਇਆ ਤੇ ਕਿੱਥੇ ਜਾਣਾ ਹੈ। ਉਹਦੇ ਨਾਲ ਨਹੀਂ ਮੱਥਾ ਲਾਉਂਦੇ। ਜਿਹਨੇ ਸਾਖਿਆਤਕਾਰਤਾ ਕਰ ਲਈ ਹੈ, ਮੂਲੇ ਪੁੱਛ ਤਿਸ, ਉਸ ਤਤ ਬੇਤੇ ਬ੍ਰਹਮ ਗਿਆਨੀ ਨੂੰ ਕਦਾ ਚਿੱਤ ਵੀ ਜਮ ਨਹੀਂ ਪੁੱਛਦੇ। ਇਸੇ ਤਰ੍ਹਾਂ ਦਰ ਦਰ ਵਾਣੀ ਨਾਹੀ, ਪਰਮੇਸ਼ਰ ਦੇ ਜਿਹੜਾ ਦਰ ਦੇ ਦਰਵਾਣੇ ਕਈਏ ਦਰਵਾਨ 'ਚ ਹੀ ਹੋਏ ਹੈ, ਤੇ ਉਸ ਦੇ ਨਾਹੇ ਮੂਲੇ ਪੁੱਛ ਤਿਸ, ਉਸ ਪੁਰਸ਼ ਨੂੰ ਮਹਾਤਮਾ ਨੂੰ ਉਸ ਪਾਸੋਂ ਕਦਾ ਚਿੱਤ ਵੀ ਕੁਝ ਵੀ ਪੁੱਛਿਆ ਨਹੀਂ ਜਾਂਦਾ, ਕੋਈ ਉਹਨਾਂ ਨੂੰ ਰੋਕਦਾ ਨਹੀਂ। ਜਿਹੜੇ ਪਰਮੇਸ਼ਰ ਦੇ ਦਰ ਦੇ ਦਰਬਾਨ 'ਚ ਉਹਨਾਂ ਨੂੰ ਕੌਣ ਪੁੱਛੇ ਹੁਣ। ਇਸੇ ਤਰ੍ਹਾਂ ਦਰ ਦਰਵਾਣੀ ਨਾਹੇ ਮੂਲੇ ਪੁੱਛ ਤੇਸੇ ਨੂੰ ਅਨਵੇਂ ਕਰ ਲੈਣਾ। ਨਾਹੇ ਕਹੀਏ ਜੋ ਪਤੀ ਪਰਮੇਸ਼ਰ ਹੈ, ਵਾਹਿਗੁਰੂ ਹੈ, ਤੇ ਮੂਲੇ ਨਾਹੇ ਮੂਲੇ ਜੋ ਸਾਰੇ ਸੰਸਾਰ ਦਾ ਅਧਿਸ਼ਠਾਨ ਰੂਪ ਆਸਰਾ, ਮੋਢੀ ਹੈ ਨਾ ਪਰਮਾਤਮਾ ਸਭ ਦਾ, ਜੋ ਪਤੀ ਪਰਮੇਸ਼ਰ ਸਭ ਦਾ ਮੂਲੇ ਹੈ ਮਹਾਤਮਾ, ਮੂਲੇ ਮੁੱਢ ਹੈ। ਉਸ ਦੇ ਦਰ ਦਰਵਾਣੀ, ਐਸੇ ਪਰਮਾਤਮਾ ਦੇ ਦਰ ਦੇ ਜਿਹੜੇ ਦਰਵਾਨ 'ਚ ਹੀ ਹੈ ਨਾ ਮਹਾਤਮਾ ਸੰਤ, ਪੁੱਛ ਤਿਸ, ਭਾਈ ਉਹਨਾਂ ਮਹਾਤਮਾ ਨੂੰ ਪੁੱਛ ਕਿਵੇਂ ਤੇਰੀ ਸਾਖਿਆਤਕਾਰਤਾ ਪ੍ਰਗਟ ਹੋਵੇ ਤੇਰੇ ਹਿਰਦੇ ਵਿੱਚ। ਛੁੱਟਾ ਤਾਕ ਬੋਲ, ਕਿਉਂਕਿ ਤੂੰ ਉਹਨਾਂ ਮਹਾਤਮਾ ਦੇ ਬੋਲ ਬਚਨਾਂ ਦੇ ਰਾਹੀਂ ਇਸ ਸੰਸਾਰ ਦੇ ਬੰਧਨਾਂ ਤੋਂ ਛੁੱਟੇਗਾ। ਸਾਹਿਬ ਨਦਰ ਜਿਸ ਮਹਾਤਮਾ ਦੇ ਉੱਪਰ ਸਾਹਿਬ ਪਰਮਾਤਮਾ ਦੀ ਨਜ਼ਰ ਹੈ, ਉਹਨਾਂ ਮਹਾਤਮਾ ਦੇ ਬੋਲ ਬਚਨਾਂ ਕਰਕੇ ਤੂੰ ਸੰਸਾਰ ਦੇ ਬੰਧਨਾਂ ਤੋਂ ਛੁੱਟੇਗਾ। ਕੱਲੇ ਆਣੇ ਆਪ ਜਿਸ, ਵਾਹਿਗੁਰੂ ਨੇ ਕੱਲੇ, ਜਿਨ੍ਹਾਂ ਨੂੰ ਭਾਈ ਘੱਲਿਆ ਹੈ ਨਾ ਸੰਸਾਰ ਉੱਪਰ, ਜਾਂ ਘੱਲੇ, ਇਹ ਪਹਿਲਾਂ ਆਣੇ ਤੋਂ ਅਰਥ ਕਰ ਲੈਣਾ। ਆਣੇ ਜਿਹੜੇ ਆਣੇ ਹੈ ਸੰਸਾਰ ਵਿੱਚ ਪਰਮਾਤਮਾ ਆਪ ਹੀ ਜੀਵਾਂ ਨੂੰ ਆਣੇ ਕਈ ਲਿਆਉਂਦਾ ਹੈ, ਫਿਰ ਆਪ ਹੀ ਇਕੱਲੇ ਕਈ ਪਰਲੋਕ ਵਿੱਚ ਭੇਜਦਾ ਹੈ। ਇਕੱਲੇ ਆਣੇ ਆਪ ਜਿਸ, ਇਹਦਾ ਅਰਥ ਦੂਸਰਾ ਇਹ ਹੈ ਵੀ ਉਹ ਪਰਮੇਸ਼ਰ ਜਿਹੜਾ ਹੈ ਸਾਧ ਸੰਗਤ ਜੀ ਆਪ ਹੀ ਸਾਧ ਸੰਗਤ ਦੇ ਵਿੱਚ ਇਕੱਲੇ ਕਈ ਭੇਜਦਾ ਹੈ। ਇਸੇ ਤਰ੍ਹਾਂ ਆਣੇ ਕਈ ਆਪ ਹੀ ਆਪਣੀ ਤਰਫ ਲਿਆਉਂਦਾ ਹੈ। ਨਾਹੀ ਦੂਜਾ ਮਤਾ ਕੋਏ, ਉਹ ਪਰਮਾਤਮਾ ਐਸਾ ਸੁਤੰਤਰ ਹੈ, ਦੂਜਾ ਕੋਈ ਨੂੰ ਮਤਾ ਕਈ ਸਲਾਹ ਦੇਣ ਵਾਲਾ ਹੈ ਨਹੀਂ, ਸਲਾਹਕਾਰ। ਉਹਦੇ ਬਰਾਬਰ ਦਾ ਕੋਈ ਹੋਵੇ ਤਾਂ ਸਲਾਹ ਦੇਵੇ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਵੱਡ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਏ, ਫੇਰ ਹੀ ਉਹਨੂੰ ਜਾਣੇ। ਜੇ ਉਹਦੇ ਬਰਾਬਰ ਦਾ ਕੋਈ ਬਰਾਬਰੀ ਕਰਦਾ ਹੋਵੇ, ਉਹਦੇ ਬਰਾਬਰ ਦਾ ਤਾਂ ਕੋਈ ਹੈ ਨਹੀਂ, ਸਭ ਤੋਂ ਵੱਡਾ ਤੇ ਉਹ ਹੈ। ਨਾ ਹੀ ਦੂਜਾ ਮਤੈ ਕੋਈ, ਦੂਜਾ ਕੋਈ ਹੈ ਹੀ ਨਹੀਂ ਹੈ। ਉਹਦਾ ਸਲਾਹਕਾਰ ਜਿਹੜਾ ਉਹਨੂੰ ਸਲਾਹ ਦੇਵੇ, ਨਾ ਉਹ ਸਲਾਹ ਲੈਂਦਾ, ਉਹ ਤਾਂ ਸੁਤੰਤਰ ਹੈ। ਢਾਹੇ ਉਸਾਰੇ ਸਾਜ, ਉਹ ਪਰਮੇਸ਼ਰ ਸੰਸਾਰ ਨੂੰ ਆਪੇ ਪਹਿਲਾਂ ਉਸਾਰਦਾ ਹੈ, ਬਣਾ ਦਿੰਦਾ ਹੈ, ਫਿਰ ਉਹ ਉਸ ਨੂੰ ਢਾਹ ਦਿੰਦਾ ਹੈ, ਢਾਉਂਦਾ ਹੈ, ਫਿਰ ਸਾਜੇ ਕਈਏ ਸਾਜ ਦਿੰਦਾ ਹੈ। ਜਾਣੇ ਸਭ ਸੋਏ, ਫਿਰ ਸਾਰਿਆਂ ਦੀ ਉਹ ਖਬਰਸਾਰ ਜਾਣਦਾ। ਇਸੇ ਪ੍ਰਕਾਰ ਫਿਰ ਪੜ੍ਹਦੇ ਢਾਹੇ ਉਸਾਰੇ ਸਾਜ, ਢਾਹੇ ਢੱਠਿਆਂ ਨੂੰ ਮਹਾਰਾਜ ਉਸਾਰਦਾ ਹੈ, ਉਹ ਸਾਰਿਆਂ ਨੂੰ ਢਾਹ ਦਿੰਦਾ ਹੈ।
ਜਾਣੇ ਸਭ ਸੋਏ, ਉਹ ਆਪੇ ਸਭ ਕੁਝ ਜਾਣਦਾ, ਉਹਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਫਿਰ ਢਾਹੇ ਉਸਾਰੇ ਸਾਜ, ਜਾਣੈ ਸਭ ਸੋਏ। ਵੀ ਉਹ ਪਰਮਾਤਮਾ ਢਾਉਣ ਉਸਾਰਨ ਵਾਲਾ ਜੋ ਪ੍ਰਭੂ ਹੈ ਸਾਧ ਸੰਗਤ ਜੀ, ਉਹ ਸਾਜਣਾ ਵੀ ਸਾਰਿਆਂ ਨੂੰ ਉਹੀ ਜਾਣਦਾ ਹੈ। ਢਾਹੇ ਉਸਾਰੇ ਸਾਜ, ਢਾਹੇ ਜਿਹੜੇ ਔਗੁਣ ਹੈ ਨਾ, ਔਗੁਣ ਗੁਣਾਂ ਨੂੰ ਢਾਉਣ ਵਾਲੇ, ਇਹਨਾਂ ਔਗੁਣਾਂ ਨੂੰ ਢਾਹ ਦਿੰਦਾ ਅਤੇ ਗੁਣਾਂ ਨੂੰ ਉਸਾਰ ਦਿੰਦਾ ਹੈ, ਫਿਰ ਸਾਜ ਦਿੰਦਾ ਹੈ। ਜਾਣੇ ਸਭ ਸੋਏ, ਜਾਣਦਾ ਹੈ ਪਰਮਾਤਮਾ ਸਭ ਕਿਵੇਂ ਸਾਜਣੇ ਹੈ। ਫਿਰ ਜਿਹੜੇ ਉਸਾਰੇ ਹੈ, ਜਿਹੜੇ ਕੋਈ ਹੰਕਾਰੀ ਹੋ ਜਾਂਦੇ, ਜਿਨ੍ਹਾਂ ਦੇ ਗੁਣ ਉਸਾਰੇ ਹੈ, ਉਹਨਾਂ ਦੇ ਗੁਣ ਉਸਾਰੇ ਹੋਏ ਢਾਹ ਦਿੰਦਾ ਹੈ ਅਤੇ ਉਹਨਾਂ ਦੇ ਅੰਦਰ ਫਿਰ ਔਗੁਣ ਹੀ ਸਾਜ ਦਿੰਦਾ ਹੈ। ਜਾਣੇ ਸਭ ਸੋਏ, ਜਾਣਦਾ ਵੀ ਇਹਨੂੰ ਹੰਕਾਰ ਕਿਵੇਂ ਲਾਉਣਾ ਹੈ। ਨਿਮਰਤਾ ਵਾਲਿਆਂ ਅੰਦਰ ਢੱਠੇ ਹੋਏ ਗੁਣਾਂ ਨੂੰ ਪਰਮਾਤਮਾ ਉਸਾਰ ਦਿੰਦਾ ਹੈ, ਸਾਜ ਦਿੰਦਾ ਹੈ, ਅਤੇ ਜਿਹੜੇ ਔਗੁਣ ਹੈ ਉਹਨਾਂ ਨੂੰ ਢਾਹ ਦਿੰਦਾ ਹੈ, ਗੁਣਾਂ ਨੂੰ ਸਾਜ ਦਿੰਦਾ ਹੈ। ਹੰਕਾਰੀਆਂ ਅੰਦਰ ਜਿਹੜੇ ਹੰਕਾਰੀ ਹੋ ਜਾਂਦੇ, ਉਹਨਾਂ ਦੇ ਗੁਣਾਂ ਨੂੰ ਢਾਹ ਦਿੰਦਾ ਹੈ ਅਤੇ ਔਗੁਣਾਂ ਨੂੰ ਸਾਜ ਦਿੰਦਾ। ਸਭ ਜਾਣਦਾ ਪਰਮਾਤਮਾ, ਨਾਉ ਨਾਨਕ ਬਖਸ਼ੀਸਾ। ਗੁਰੂ ਮਹਾਰਾਜ ਕਥਨ ਕਰਦੇ ਹੈ, ਅਰਥ ਵਾਸਤੇ ਨਦਰੀ ਕਰਮ ਹੋਏ, ਜਿਨ੍ਹਾਂ 'ਤੇ ਪਰਮੇਸ਼ਰ ਦੀ ਕਰਮ ਕਿਰਪਾ ਹੁੰਦੀ ਹੈ, ਉਹਨਾਂ ਨੂੰ ਨਾਮ ਦੀ ਬਖਸ਼ਿਸ਼ ਪ੍ਰਾਪਤ ਭਾਈ ਹੁੰਦੀ ਹੈ। ਜੋ ਭਾਈ ਤਿਹ ਛਿਨ ਸੁਨ ਕਾ ਬੰਧਨ ਕੀਨੀ। ਉਹ ਸਮੇਂ ਸੁਣ ਕੇ ਤੇ ਨਮਸਕਾਰ ਕੀਤੀ ਹੈ ਚੌਧਰੀ ਮੱਲ ਨੇ, ਤਖਤ ਮੱਲ ਨੇ, ਅਤੇ ਇਸੇ ਤਰ੍ਹਾਂ ਖਡੂਰ ਦੇ ਨਗਰ ਦੇ ਸਾਰੇ ਲੋਕਾਂ ਨੇ। ਭਾਉ ਬਿਖੈ ਮਤ ਸਭ ਕੀ ਭੀਨੀ। ਸਾਰੇ ਲੋਕਾਂ ਦੇ ਸ਼ਬਦ ਸੁਣ ਕੇ ਪ੍ਰੇਮ ਵਿੱਚ ਹੋਰ ਮੱਤ ਭੇਜ ਗਈ ਹੈ ਗੁਰੂ ਦੇ ਚਰਨਾਂ ਵਿੱਚ। ਇਸ ਪ੍ਰਕਾਰ ਮਿਲ ਕੀਨੋ ਗਵਨੋ। ਇਸ ਤਰ੍ਹਾਂ ਮਿਲ ਜੁਲ ਕੇ ਫਿਰ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਚੱਲਣਾ ਕੀਤਾ। ਲਹਿਣਾ ਰਹਿਓ ਕਿਤਕ ਦਿਨ ਭਵਨੰ। ਭਾਈ ਲਹਿਣਾ ਜੀ ਤੇ ਕਿੰਨੇ ਕੁਝ ਕੁ ਦਿਨ ਆਪਣੇ ਘਰ ਵਿੱਚ ਹੀ ਰਹੇ। ਕਬ ਇੱਕ ਛਿਨ ਚਿਤ ਪਰਚਤ ਨਾਹੀ। ਕਦੇ ਵੀ ਇੱਕ ਛਿਨ ਕਹਿੰਦੇ ਚਿੱਤ ਪਰਚਦਾ ਹੀ ਨਹੀਂ ਹੈ ਘਰ ਦੇ ਕੰਮਾਂ ਕਾਜਾਂ ਵਿੱਚ। ਇੱਥੇ ਜੀ ਜਿਹਾ ਲੱਗਦਾ ਹੀ ਨਹੀਂ ਹੈ ਖਡੂਰ ਨਗਰ 'ਚ ਹੁਣ। ਕਬ ਆਂਗਨ ਕਬ ਬਾਹਰ ਜਾਹੀ। ਕਦੀ ਤੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਵਿਹੜੇ ਵਿੱਚ ਜਾਂਦੇ ਐਵੇਂ ਫਿਰਨ ਤੁਰਨ ਲਈ ਵੀ, ਫਿਰਦੇ ਤੁਰਦੇ ਨੂੰ ਜੀ ਨਹੀਂ ਨਾ ਲੱਗਦਾ। ਕਦੀ ਵਿਹੜੇ ਤੋਂ ਬਾਹਰ ਚਲੇ ਜਾਂਦੇ ਹੈ, ਕਦੀ ਕਮਰੇ 'ਚ ਚਲੇ ਜਾਂਦੇ, ਫਿਰ ਵਿਹੜੇ 'ਚ ਆ ਜਾਂਦੇ ਹੈ। ਕਦੀ ਵਿਹੜੇ ਤੋਂ ਜਿਹੜਾ ਬਾਹਰ ਚਲੇ ਜਾਂਦੇ, ਖੇਤਾਂ ਵੱਲ ਚਲੇ ਜਾਂਦੇ ਆ। ਮਨ ਤਰਲੋ ਮੱਛੀ ਹੁੰਦਾ ਹੈ। ਗੁਰ ਪਦ ਪੰਕਜ ਟਿਗ ਮਨ ਚੋਰਾ। ਕਿਉਂਕਿ ਜਿਹੜਾ ਮਨ ਸੀ ਉਹ ਤੇ ਗੁਰੂ ਕੇ ਚਰਨ ਕਮਲਾਂ ਵਿੱਚ ਹੀ ਛੱਡ ਦਿੱਤਾ ਹੈ। ਮਨ ਤੇ ਹੁਣ ਕਰਤਾਰਪੁਰ ਸਾਹਿਬ ਹੈ ਤੇ ਖਡੂਰ ਸਾਹਿਬ ਵਿੱਚ ਰਹਿ ਕੇ ਮਹਾਰਾਜ ਕੀ ਕਰਨਾ। ਤਨ ਆਇਓ ਨਿਕੇਤ ਕੀ ਓਰਾ। ਤੇ ਸਰੀਰ ਜਿਹੜਾ ਉਹ ਘਰ ਦੀ ਤਰਫ ਆਇਆ ਹੋਇਆ, ਮਨ ਕਰਤਾਰਪੁਰ ਸਾਹਿਬ ਛੱਡ ਆਏ ਮਹਾਰਾਜ। ਕੈਸੇ ਹੋਏ ਚੈਨ ਮਨ ਮਾਹੀ। ਫਿਰ ਮਨ ਵਿੱਚ ਭਾਈ ਕਿਵੇਂ ਚੈਨ ਸ਼ਾਂਤੀ ਹੋਵੇ। ਮਨ ਵੀ ਉੱਥੇ ਹੋਵੇ, ਸਰੀਰ ਵੀ ਉੱਥੇ ਹੋਵੇ ਤਾਂ ਹੀ ਸ਼ਾਂਤੀ ਹੋਵੇ। ਸਾਡੇ ਦੇ ਸਰੀਰ ਇੱਥੇ, ਮਨ ਘਰ ਹੈ। ਮਨ ਘਰ ਅਤੇ ਸਰੀਰ ਇੱਥੇ, ਸਰੀਰ ਘਰ, ਮਨ ਕਿਤੇ ਸ਼ਹਿਰ। ਇਵੇਂ ਫਿਰ ਚੈਨ ਨਹੀਂ ਹੁੰਦਾ। ਮਹਾਰਾਜ ਜੀ ਦੀ ਐਸੀ ਹਾਲਤ ਹੋਈ ਹੈ ਵੀ ਮਨ ਤੇ ਕਰਤਾਰਪੁਰ ਸਾਹਿਬ ਹੈ, ਸਰੀਰ ਖਡੂਰ ਸਾਹਿਬ ਹੈ, ਫਿਰ ਕਿਵੇਂ ਸ਼ਾਂਤੀ ਹੋਏ। ਚੰਦ ਚਕੋਰ ਚੀਤ ਜਿਤ ਚਾਹੀ। ਜਿਵੇਂ ਚੰਦਰਮਾ ਪੂਰਨਮਾਸ਼ੀ ਦੇ ਨੂੰ ਦੇਖਣ ਵਾਸਤੇ ਚਕੋਰ ਹਮੇਸ਼ਾ ਚਿੱਤ ਵਿੱਚ ਚਿਤਵਨੀਆਂ ਚਾਹੁੰਦੀ ਹੈ, ਸੋਚਦੀ ਰਹਿੰਦੀ ਹੈ ਵੀ ਚੰਦਰਮਾ ਪੂਰਨਮਾਸ਼ੀ ਦਾ ਚੜ੍ਹਿਆ ਰਹੇ, ਮੈਂ ਦਰਸ਼ਨ ਕਰਦੀ ਰਹਾਂ। ਲੋਚਨ ਕਮਲ ਚਾਹ ਅਲਸਾਏ। ਲੋਚਨ ਕਮਲ ਰਹਿ ਅਲਸਾਏ। ਭਾਈ ਲਹਿਣਾ ਜੀ ਦੇ ਨੇਤਰ ਜਿਹੜੇ ਕੰਬਲ ਦੇ ਪੱਤਰਿਆਂ ਵਰਗੇ ਬੜੇ ਚੌੜੇ ਹੈ, ਕਿੱਥੇ ਖਿੜਦੇ ਆ ਮਹਾਰਾਜ ਦੇ ਦਰਸ਼ਨ ਕਰਕੇ। ਹੁਣ ਅਲਸਾਏ ਹੈ, ਉਕਸਾਏ ਜੇ ਹੋਏ ਮਿਟਦੇ ਜੇ ਹਨ। ਬਿਨ ਆਪਣਾ ਪ੍ਰੀਤਮ ਰਵ ਪਾਏ। ਜਿਵੇਂ ਬਿਨਾਂ ਆਪਣੇ ਪਿਆਰੇ ਤੋਂ, ਰਵ ਕਹੀਏ ਪ੍ਰੀਤਮ ਰੂਪੀ ਸੂਰਜ ਤੋਂ ਬਿਨਾਂ, ਜਿਵੇਂ ਸਾਧ ਸੰਗਤ ਜੀ ਕਮਲ ਫੁੱਲ ਜਿਹੜਾ ਅਲਸਾ ਜਾਂਦਾ ਹੈ। ਆਪਣੇ ਪ੍ਰੀਤਮ ਗੁਰੂ ਨਾਨਕ ਸਾਹਿਬ ਜੀ ਜੋ ਸੂਰਜ ਦੀ ਨਿਆਈ ਹੈ, ਉਹਨਾਂ ਤੋਂ ਬਿਨਾਂ ਜਿਹੜੇ
ਕਮਲ ਰੂਪੀ ਨੇਤਰ ਹੈ ਨਾ ਅਲਸਾਰ ਹੈ, ਉਹ ਫਿੱਕੇ ਪੈਰ ਹੈ, ਜਿਵੇਂ ਸੂਰਜ ਛਿਪਣੇ ਤੇ ਕਮਲ ਦਾ ਫੁੱਲ ਮੁਰਝਾ ਜਾਂਦਾ, ਅਲਸਾ ਜਾਂਦਾ ਹੈ, ਇਵੇਂ ਢਿੱਲੜ ਜਿਹਾ ਹੋ ਜਾਂਦਾ ਹੈ। ਇਵੇਂ ਨੇਤਰ ਕੀ ਹੈ ਭਾਈ ਲਹਿਣਾ ਜੀ ਦੇ ਕਮਲ ਦੀ ਨਿਆਈ। ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਕੀ ਹੈ, ਸੂਰਜ ਦੀ ਨਿਆਈ। ਆਪਣੇ ਪਿਆਰੇ ਪ੍ਰੀਤਮ ਤੋਂ ਬਿਨਾਂ ਨੇਤਰ ਕਮਲਾਂ ਦੀ ਨਿਆਈ ਅਲਸਾਰ ਹੀ ਹੈ। ਕਿਹ ਸੋ ਕਹ ਨਾ ਰਹਿ ਉਦਾਸਾ, ਕਿਸੇ ਨਾਲ ਕੋਈ ਬਚਨ ਨਹੀਂ ਕਹਿੰਦੇ, ਉਪਰਾਮ ਹੀ ਰਹਿੰਦੇ ਹੈ। ਕਰਤ ਨਾ ਸੁਧ ਔਰ ਕਾਜ ਅਵਾਸਾ, ਘਰ ਦੇ ਕੰਮਾਂ ਵਿੱਚ ਜਿਹੜੇ ਘਰ ਦਾ ਕੰਮ ਹੈ, ਹਿਰਦੇ ਵਿੱਚ ਉਹਦੀ ਖਬਰਸਾਰ ਨਹੀਂ ਲਿਆਉਂਦੇ ਵੀ ਘਰ ਆਹ ਕਰ ਲਈਏ, ਜੇ ਕਰ ਲਈ ਚਲੋ ਮਨ ਲੱਗ ਜੂ, ਘਰ ਵੱਲ ਤੇ ਧਿਆਨ ਹੀ ਨਹੀਂ ਦਿੰਦੇ ਭਾਈ ਲਹਿਣਾ ਜੀ। ਰਹੇ ਅਲਪ ਦਿਨ ਬੀਚ ਖਡੂਰੇ, ਖਡੂਰ ਸਾਹਿਬ ਦੇ ਵਿੱਚ ਥੋੜੇ ਦਿਨ ਹੀ ਰਹੇ ਹਨ। ਪੁਨ ਚਾਹ ਚੱਲਿਓ ਨਿਕਟ ਗੁਰ ਪੂਰੇ, ਜੋ ਗੁਰੂ ਨਾਨਕ ਸਾਹਿਬ ਜੀ ਪੂਰੇ ਗੁਰੂ ਹਨ, ਫਿਰ ਉਹਨਾਂ ਦੇ ਕੋਲ ਚੱਲਿਆ ਚਾਹੁੰਦੇ ਐ। ਸਭ ਹਿੰਦ ਸੋ ਮਿਲ ਕਰ ਹਿਤ ਸੰਗਾ, ਸਾਰਿਆਂ ਨਾਲ ਮਿਲ ਕਰਕੇ, ਬੜਾ ਪ੍ਰੇਮ ਪਿਆਰ ਕਰਕੇ। ਗਮਨਿਆ ਪੰਥਰ ਦੇ ਸੋ ਮੰਗਾ, ਸਾਰਿਆਂ ਨਾਲ ਪ੍ਰੇਮ ਪਿਆਰ ਨਾਲ ਮਿਲ ਕਰਕੇ ਤੇ ਇਹਦੇ ਵਿੱਚ ਬੜਾ ਉਤਸ਼ਾਹ ਕਰਕੇ ਵੀ ਗੁਰੂ ਸਾਹਿਬ ਜੀ ਕਰਤਾਰਪੁਰ ਸਾਹਿਬ ਵਿੱਚ ਚੱਲੀਏ। ਤੇ ਇਹਦੇ ਵਿੱਚ ਐਸਾ ਉਤਸ਼ਾਹ ਕਰਕੇ ਕਰਤਾਰਪੁਰ ਸਾਹਿਬ ਦੇ ਰਸਤੇ ਤੇ ਭਾਈ ਲਹਿਣਾ ਜੀ ਚੱਲ ਪਏ। ਨਰ ਕਹਿ ਰਹੇ ਰਹੋ ਕੁਛ ਔਰੀ, ਖਡੂਰ ਨਗਰ ਦੇ ਲੋਕ ਕਹਿ ਰਹੇ ਹੈ ਵੀ ਲਹਿਣਾ ਜੀ ਤੁਸੀਂ ਕੁਝ ਦਿਨ ਹੋਰ ਰਹੋ ਨਾ ਇੱਥੇ। ਬਹੁ ਦਿਨ ਮਹਿ ਆਇਓ ਨਿਜ ਠਾਰੀ, ਕਿਉਂਕਿ ਤੁਸੀਂ ਬਹੁਤ ਦਿਨਾਂ ਬਾਅਦ ਹੀ ਆਪਣੇ ਇਸ ਸਥਾਨ ਖਡੂਰ ਨਗਰ ਵਿੱਚ ਆਏ ਹੋ, ਭਾਵ 3 3.5 ਸਾਲ ਦੇ ਬਾਅਦ ਆਏ ਹੋ। ਯਥਾ ਜੋਗ ਸਭ ਸੋ ਕਹਨੀ ਕੇ, ਪਰ ਭਾਈ ਲਹਿਣਾ ਜੀ ਕਹਿੰਦੇ ਯਥਾ ਜੋਗ, ਜਿਵੇਂ ਬਣਦਾ ਨਾ ਕਿਵੇਂ ਪ੍ਰੇਮ ਨਾਲ ਕਹਿਣਾ ਵੀ ਚਲੋ ਕੋਈ ਨਹੀਂ ਹੁਣ ਜਾਣਾ ਹੀ ਹੈ, ਇਵੇਂ ਯਥਾ ਜੋਗ ਜੋ ਬਣਦਾ ਸਭ ਨਾਲ ਚੰਗੀ ਤਰ੍ਹਾਂ ਕਹਿ ਕੇ ਪਹੁੰਚਿਓ ਪੁਰ ਕਰਤਾਰਨ ਜੀ ਕੇ, ਸ੍ਰੀ ਕਰਤਾਰਪੁਰ ਸਾਹਿਬ ਜੋ ਕਰਤਾਰ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਕੋਲ ਜਾ ਪਹੁੰਚੇ ਹੈ। ਜਾਏ ਦਰਸ ਦੇਖਿਓ ਸੁਖਦਾਈ, ਜਾ ਕੇ ਕਰਤਾਰਪੁਰ ਸਾਹਿਬ ਵਿਖੇ ਸੁੱਖਾਂ ਦੇ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਦੇਖੇ ਹੈ। ਮਨ ਬਿਨ ਫਨੀ ਮਨੋ ਮਨ ਪਾਈ, ਜਿਵੇਂ ਮਨ ਬਿਨ ਫਨੀ ਮਨੋ ਮਨ ਪਾਈ, ਜਿਵੇਂ ਕਹਿੰਦੇ ਮਣੀ ਵਾਲੇ ਸੱਪ ਨੇ ਮਾਨੋ ਕਿ ਅੱਜ ਮਣੀ ਪਾ ਲਈ ਗਵਾਚੀ ਹੋਈ। ਜਿਵੇਂ ਮਣੀ ਵਾਲੇ ਸੱਪ ਦੀ ਮਣੀ ਗਵਾਚ ਜੇ ਤਾਂ ਫਰਕਾਟੇ ਮਾਰ ਮਾਰ ਕੇ ਘੱਟੇ ਵਿੱਚ ਫੰਨਾ ਮਾਰ ਮਾਰ ਕੇ ਮਰ ਜਾਂਦਾ ਹੈ ਵੀ ਮੇਰੀ ਮਣੀ ਕਿੱਥੇ ਚਲੀ ਗਈ। ਅਸਲ ਵਿੱਚ ਉਹ ਮਣੀ ਆਪਣੀ ਆਪੇ ਲੁਕਾ ਬਹਿੰਦਾ। ਉਹ ਜਦੋਂ ਫਨ ਤੋਂ ਥੱਲੇ ਰੱਖ ਕੇ ਉਹਦੇ ਵਿੱਚੋਂ ਉਹਨੂੰ ਚੂਸਦਾ, ਫਿਰ ਉਹ ਫਰਾਟੇ ਜੇ ਮਾਰਦਾ, ਘੱਟਾ ਪੈ ਪੈ ਕੇ ਮਣੀ ਜਿਹੜੀ ਹੈ ਦੱਬੀ ਜਾਂਦੀ ਹੈ। ਫਿਰ ਉਹ ਲੱਭਦਾ ਫੰਨਾ ਮਾਰ ਮਾਰ ਕੇ ਉਹ ਮਰ ਜਾਂਦਾ ਹੈ ਸੱਪ। ਅਤੇ ਜਿਵੇਂ ਕਹਿੰਦੇ ਮਣੀ ਤੋਂ ਬਿਨਾਂ ਸੱਪ ਬੜਾ ਵਿਆਕਲ ਹੋ ਜਾਂਦਾ ਮਣੀ ਵਾਲਾ, ਮਾਨੋ ਜਿਵੇਂ ਉਹਨੇ ਮਣੀ ਪਾ ਲਈ ਹੈ। ਇਸੇ ਤਰ੍ਹਾਂ ਭਾਈ ਲਹਿਣਾ ਜੀ ਨੇ ਸਤਿਗੁਰੂ ਜੀ ਦਾ ਦਰਸ਼ਨ ਪਾ ਲਿਆ ਮਣੀ ਰੂਪ। ਸਰਨ ਸਰਨ ਕਹ ਚਰਨ ਗਹਾਨੇ, ਮਹਾਰਾਜ ਆਪਣੀ ਸ਼ਰਨ ਵਿੱਚ ਰੱਖੋ, ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖੋ, ਇਵੇਂ ਕਿਹਾ ਹੈ। ਜਾਂ ਵੀ ਮਹਾਰਾਜ ਰੱਖਿਆ ਕਰੋ ਇਹ ਕਹਿ ਕੇ ਸਤਿਗੁਰੂ ਜੀ ਦੇ ਚਰਨ ਕਮਲ ਫੜ ਲਏ ਘੁੱਟ ਕੇ। ਨਮੋ ਕੀਨ ਪਰ ਦੰਡ ਸਮਾਨੇ, ਡੰਡੇ ਦੇ ਸਮਾਨ ਹੋ ਕੇ ਨਮਸਕਾਰ ਕੀਤੀ, ਕਾ ਡੰਡੌਤ ਪੁੰਨ ਵੱਡਾ ਹੈ। ਪੁਰਖਾ ਭਲਾ ਕਰਹਿ ਕਰਤਾਰਾ, ਗੁਰੂ ਸਾਹਿਬ ਜੀ ਕਹਿਣ ਲੱਗੇ ਪੁਰਖਾ ਤੇਰਾ ਪਰਮੇਸ਼ਰ ਭਲਾ ਕਰੇ। ਆਸ ਕਹਿ ਢਿਗ ਬਿਠਾਏ ਸਤਕਾਰਾ, ਇਸ ਤਰ੍ਹਾਂ ਕਹਿ ਕੇ ਗੁਰੂ ਨਾਨਕ ਸਾਹਿਬ ਨੇ ਆਪਣੇ ਕੋਲ ਹੀ ਬਿਠਾ ਲਿਆ ਹੈ। ਲਹਣੇ ਤੂਰ ਨਹੀਂ ਚੱਲ ਆਇਓ, ਬੜੇ ਸਤਿਕਾਰ ਨਾਲ ਕੋਲ ਬਿਠਾ ਲਿਆ ਹੈ। ਕਿਆ ਲੈਣੇ ਪੁਰਖਾ ਤੂੰ ਬੜੀ ਛੇਤੀ ਵੀ ਚੱਲ ਕੇ ਆ ਗਿਆ ਵਾਪਸ। ਰਹਿਨ ਨਿਕੇਤ ਨਾ ਕਿਉਂ ਮਨ ਪਾਇਓ, ਘਰ ਵਿੱਚ ਰਹਿਣਾ ਕਿਉਂ ਨਹੀਂ ਤੁਹਾਡੇ ਮਨ ਨੂੰ ਭਾਇਆ ਚੰਗਾ ਲੱਗਾ ਹੈ। ਤੁਮ ਸਭ ਜਾਣੋ ਸ੍ਰੀ ਜਗਨਾਥਾ, ਭਾਈ ਲਹਿਣਾ ਜੀ ਕਹਿਣ ਲੱਗੇ ਸ਼੍ਰੋਮਣੀ ਸੰਸਾਰ ਦੇ ਨਾਥ ਗੁਰੂ ਨਾਨਕ ਸਾਹਿਬ ਜੀ, ਮਹਾਰਾਜ ਮੈਂ ਕੀ ਦੱਸਾਂ, ਤੁਸੀਂ ਸਭ ਕੁਝ ਜਾਣਦੇ ਹੋ, ਅੰਤਰਜਾਮੀ ਹੋ। ਆਵਨ ਰਹਿਨ ਨਹੀਂ ਮੁਝ ਹਾਥਾ, ਮਹਾਰਾਜ ਹੁਣ ਆਉਣਾ ਇੱਥੇ ਆਉਣਾ ਜਾਂ ਖਡੂਰ ਸਾਹਿਬ ਰਹਿਣਾ ਜਾਂ ਕਿਤੇ ਵੀ ਆਉਣਾ ਤੇ ਰਹਿਣਾ
ਇਹ ਮੇਰੇ ਹੱਥ ਵਿੱਚ ਨਹੀਂ ਹੈ ਜੀ। ਜਿਉ ਪਤੰਗ ਹੋਇਆ ਡੋਰ ਅਧੀਨਾ, ਜਿਵੇਂ ਪਤੰਗ ਮਹਾਰਾਜ ਡੋਰ ਦੇ ਅਧੀਨ ਹੁੰਦੀ ਹੈ, ਚਾਹਾ ਖਿਡਾਰ ਕਰਖ ਤਬ ਲੀਨਾ। ਤੇ ਉਹ ਖਿਡਾਰ ਜਿਹੜਾ ਪਤੰਗ ਉਡਾਉਣ ਵਾਲਾ ਖਿਡਾਰੀ ਹੈ, ਜਦੋਂ ਉਹਦਾ ਜੀ ਕਰੇ ਖਿੱਚ ਕੇ ਤਦੋਂ ਠਾਂ ਲਾ ਲੈਂਦਾ ਹੈ, ਤਦੋਂ ਖਿੱਚ ਲੈਂਦਾ ਉਹ ਜਦੋਂ ਦਾ ਜੀ ਕਰਦਾ ਨਾ ਪਤੰਗ ਉਡਾਉਣ ਵਾਲੇ ਦਾ। ਇਸੇ ਤਰ੍ਹਾਂ ਮਹਾਰਾਜ ਜੀ ਮੇਰਾ ਮਨ ਕੀ ਹੈ ਪਤੰਗ ਦੀ ਨਿਆਈ ਹੈ, ਮੇਰਾ ਸਰੀਰ ਕੀ ਹੈ ਪਤੰਗ ਦੀ ਨਿਆਈ ਹੈ, ਤੁਹਾਡੇ ਹੁਕਮ ਰੂਪੀ ਡੋਰ ਨਾਲ ਬੱਝਾ ਹੋਇਆ। ਤੁਸੀਂ ਇਸ ਪਤੰਗ ਨੂੰ ਉਡਾਉਣ ਵਾਲੇ ਖਿਡਾਰੀ ਹੋ, ਜਦੋਂ ਤੁਹਾਡਾ ਜੀ ਕਰਦਾ ਉਦੋਂ ਚੜ੍ਹਾ ਦਿੰਦੇ ਹੋ, ਜਦੋਂ ਜੀ ਕਰਦਾ ਖਿੱਚ ਲੈਂਦੇ ਹੋ। ਆਪ ਜੀ ਦੇ ਹੱਥ ਹੈ ਮੇਰਾ ਰਹਿਣਾ ਆਉਣਾ ਜਾਣਾ। ਗੁਰੂ ਮਹਾਰਾਜ ਮਨ ਰੂਪੀ ਪਤੰਗ ਨੂੰ, ਸਰੀਰ ਰੂਪੀ ਪਤੰਗ ਨੂੰ ਤੁਹਾਡਾ ਜਦੋਂ ਜੀ ਕਰਦਾ ਹੁਕਮ ਰੂਪੀ ਡੋਰ ਪਾ ਕੇ ਖਿੱਚ ਲੈਂਦੇ ਹੋ ਜੀ। ਆਸ ਕਹ ਸੇਵ ਬਿਖਾ ਮਨ ਲਾਵਾ। ਇਸ ਤਰ੍ਹਾਂ ਕਹਿ ਕੇ ਮਹਾਰਾਜ ਕੋਈ ਸੇਵਾ ਦੱਸੋ, ਸੇਵਾ ਵਿੱਚ ਮਨ ਲਾ ਲਿਆ ਪੁੱਛ ਕੇ। ਦੇਖਤ ਦਰਸ ਰਹਿਤ ਹੁਲਸਾਵਾ। ਐਵੇਂ ਸਤਿਗੁਰੂ ਜੀ ਦੇ ਦਰਸ਼ਨ ਦੇਖ ਦੇਖ ਕੇ ਭਾਈ ਲਹਿਣਾ ਜੀ ਆਨੰਦ ਖੁਸ਼ੀ ਰਹਿੰਦੇ ਆ। ਦਰਸ਼ਨ ਦੇਖ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਵ ਕਰੇ ਚਾਤੁਰ ਕੀ ਨਿਆਈ। ਤ੍ਰਿਖ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹੋ ਘੋਲੀ ਜੀਓ ਘੋਲ ਕਮਾਈ, ਕੋ ਦਰਸ਼ਨ ਸੰਤ ਪਿਆਰੇ ਜੀਓ। ਇਹ ਸਤਿਗੁਰ ਜੀ ਦਾ ਦਰਸ਼ਨ ਕਰਦੇ ਹੈ। ਖੋਲ ਕਵਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਦਰਸ ਪਿਆਸੀ ਦਿਨਸ ਰਾਤ, ਚਿਤੋ ਵਨ ਦਿਨ ਨੀਤ। ਇਹ ਅਵਸਥਾ ਬਣੀ ਹੋਈ ਹੈ, ਜਿਸ ਕਰਕੇ ਭਾਈ ਲਹਿਣਾ ਜੀ ਗੁਰੂ ਮਹਾਰਾਜ ਦੇ ਪ੍ਰਤੱਖ ਦਰਸ਼ਨ ਕਰ ਕਰਕੇ ਹੁਲਸਾਵਾ ਆਨੰਦ ਖੁਸ਼ ਪ੍ਰਸੰਨ ਰਹਿੰਦੇ ਹੈ ਤੇ ਆਨੰਦ ਮਾਣ ਕੇ ਗੁਰੂ ਕੀ ਸੇਵਾ ਕਰਦੇ ਹਨ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ, ਸ੍ਰੀ ਅੰਗਦ ਪ੍ਰਸੰਗ ਵਰਣਨ ਨਾਮ 48ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅਖੀਰਲੇ ਹਿੱਸੇ ਦੇ 48 ਅਧਿਆਏ ਸਮਾਪਤ ਹੋ ਗਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ। ਜਿਉ ਪਤੰਗ ਹੋਇਆ ਡੋਰ ਅਧੀਨਾ, ਚਾਹਾ ਖਿਡਾਰ ਕਰਖ ਤਬ ਲੀਨਾ। ਆਸ ਕਹ ਸੇਵ ਬਿਖੈ ਮਨ ਲਾਵਾ, ਦੇਖਤ ਦਰਸ ਰਹਿਤ ਹੁਲਸਾਵਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ, ਸ੍ਰੀ ਅੰਗਦ ਪ੍ਰਸੰਗ ਵਰਣਨ ਨਾਮ 48ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।